स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। मैं ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪਿਛਲੇ 24 ਘੰਟਿਆਂ ਦੇ ਅੰਦਰ ਬਹੁਤ ਕੁਝ ਵਾਪਰ ਗਿਆ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਡਿਬੇਟ ਕੀਤੀ ਸੀ ਉਦੋਂ ਕਿਹਾ ਜਾ ਰਿਹਾ ਸੀਗਾ ਕਿ ਰਿਐਕਸ਼ਨ ਪਾਕਿਸਤਾਨ ਦਾ ਕੀ ਹੋ ਸਕਦਾ ਹੈ ਕਿ ਉਹ ਕੁਝ ਦਿਨ ਇੰਤਜ਼ਾਰ ਕਰੇ, ਕਿਉਂਕਿ ਇੰਟਰਨੈਸ਼ਨਲ ਦਬਾਅ ਜਿਹੜਾ ਕੌਮਾਂਤਰੀ ਦਬਾਅ ਪਾਕਿਸਤਾਨ ਤੇ ਵੱਧ ਹੈਗਾ ਕਿ ਹੁਣ ਚੁੱਪ ਕਰਕੇ ਉਹ ਬੈਠਾ ਰਹੇ। ਪਰ ਅਜਿਹਾ ਹੋਇਆ ਨਹੀਂ। ਪਾਕਿਸਤਾਨ ਨੇ ਵੀ ਰਿਐਕਟ ਕੀਤਾ, ਪਾਕਿਸਤਾਨ ਨੇ ਵੀ 에ਅਰ ਸਟ੍ਰਾਈਕ ਕਰਨ ਦੀ ਕੋਸ਼ਿਸ਼ ਕੀਤੀ ਔਰ ਪਾਕਿਸਤਾਨ ਇਹ ਹੁਣ ਦਮਗਜੇ ਜ਼ਰੂਰ ਮਾਰ ਰਿਹਾ ਕਿ ਅਸੀਂ ਚਾਹੁੰਦੇ ਤਾਂ ਬੜਾ ਵੱਡਾ ਨੁਕਸਾਨ ਕਰ ਸਕਦੇ ਸੀ, ਪਰ ਅਸੀਂ ਇਹ ਦਿਖਾਣਾ ਚਾਹੁੰਦੇ ਹਾਂ ਹਿੰਦੁਸਤਾਨ ਨੂੰ ਕਿ ਅਸੀਂ ਵੀ ਬਹੁਤ ਕੁਝ ਕਰ ਸਕਦੇ ਹਾਂ, ਪਰ ਅਸੀਂ ਕੀਤਾ ਨਹੀਂ। ਇਧਰ ਦੂਜੇ ਪਾਸੇ ਵਿਦੇਸ਼ ਮੰਤਰਾਲੇ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਮੰਨ ਲਿਆ ਕਿ ਸਾਡਾ ਵੀ ਨੁਕਸਾਨ ਹੋਇਆ, ਇੱਕ ਪਾਇਲਟ ਮਿਸਿੰਗ ਵੀ ਹੈਗਾ। ਦਾਅਵਾ ਪਾਕਿਸਤਾਨ ਵੱਲੋਂ ਕੀਤਾ ਜਾ ਰਿਹਾ ਕਿ ਉਹ ਜਿਹੜਾ ਪਾਇਲਟ ਹੈਗਾ ਉਹਨਾਂ ਦੇ ਕਬਜ਼ੇ ਦੇ ਵਿੱਚ ਹੈਗਾ। ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ, ਕੁਝ ਫੋਟੋਗ੍ਰਾਫਸ ਵਾਇਰਲ ਹੋ ਰਹੀਆਂ ਨੇ ਔਰ ਹਿੰਦੁਸਤਾਨ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਪਤਾ ਕਰਾ ਰਹੇ ਹਾਂ ਕਿ ਉਹ ਪਾਇਲਟ ਉਹੀ ਹੈ ਜਾਂ ਹੋਰ ਕੋਈ ਹੈ। ਅਜਿਹੇ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਕਾਫੀ ਤਣਾਅਪੂਰਨ ਰਹੀ ਹੈ। ਅੱਜ ਬੜੇ ਸਾਰੇ 에ਅਰਪੋਰਟ ਪਹਿਲਾਂ ਬੰਦ ਕਰ ਦਿੱਤੇ ਗਏ, ਪਰ ਕੁਝ ਹੀ 1-2 ਘੰਟੇ ਬਾਅਦ ਹੀ ਉਸਨੂੰ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਔਰ ਇਹ ਕਿਹਾ ਜਾ ਰਿਹਾ ਕਿ ਹੁਣ ਹੋਰ ਜ਼ਿਆਦਾ ਸਤਰਕ ਰਹਿਣ ਦੀ ਜ਼ਰੂਰਤ ਹੈਗੀ ਹੈ, ਚੁਕੰਨੇ ਰਹਿਣ ਦੀ ਜ਼ਰੂਰਤ ਹੈਗੀ ਹੈ। ਖਾਸ ਤੌਰ ਤੇ ਬਾਰਡਰ ਦੇ ਏਰੀਆ ਦੇ ਵਿੱਚ ਰਹਿੰਦੇ ਜਿਹੜੇ ਲੋਕ ਨੇ ਉਹਨਾਂ ਨੂੰ ਚੁਕੰਨੇ ਰਹਿਣਾ ਪਏਗਾ। ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਇੱਕ ਵੱਡਾ ਹਿੱਸਾ ਬਾਰਡਰ ਦੇ ਨਾਲ ਲੱਗਦਾ ਹੈ, ਉੱਥੋਂ ਦੇ ਲੋਕਾਂ ਨੂੰ ਚੁਕੰਨਾ ਰਹਿਣ ਦੀ ਜ਼ਰੂਰਤ ਹੈਗੀ ਹੈ। ਅਸੀਂ ਉੱਥੋਂ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ, ਇੱਕ ਵੀ ਅਜਿਹਾ ਸ਼ਖਸ ਨਹੀਂ ਹੈ ਜਿਹੜਾ ਚਾਹੁੰਦਾ ਹੋਵੇ ਕਿ ਇਸ ਤਰ੍ਹਾਂ ਦੀ ਕੋਈ ਜੰਗ ਹੋਵੇ, ਕਿਉਂਕਿ ਸਭ ਤੋਂ ਵੱਧ ਉਜਾੜਾ ਉਹਨਾਂ ਲੋਕਾਂ ਦਾ ਹੀ ਹੋਣਾ, ਨੁਕਸਾਨ ਉਹਨਾਂ ਲੋਕਾਂ ਦਾ ਹੀ ਹੋਣਾ। ਅੱਜ ਸਾਡਾ ਖਾਸ ਮਹਿਮਾਨ ਮੌਜੂਦ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ, ਫਿਰ ਅੱਗੇ ਵਧਦੇ ਹਾਂ। ਕਰਨਲ CDS ਕੰਬੋਜ ਸਾਹਿਬ ਮੌਜੂਦ ਨੇ, ਇਹ ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਔਰ ਫੌਜ ਨਾਲ ਸੰਬੰਧਿਤ ਵੀਰੇ ਨੇ। ਕਰਨਲ ਜੈਬੰਤ ਸਿੰਘ ਜੀ ਰੱਖਿਆ ਮਾਹਰ ਨੇ, ਵਿਕਰਮਜੀਤ ਸਿੰਘ ਜੀ ਡਿਫੈਂਸ ਦੇ ਪੱਤਰਕਾਰ ਨੇ, ਕਰਨਲ RS ਰੰਧਾਵਾ ਸਾਹਿਬ ਰੱਖਿਆ ਮਾਹਰ ਨੇ, ਤਰਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ CDS ਕੰਬੋਜ ਸਾਹਿਬ ਤੁਹਾਡੇ ਤੋਂ ਸ਼ੁਰੂ ਕਰਾਂਗਾ, ਕਿਉਂਕਿ ਕੱਲ ਜਦੋਂ ਆਪਾਂ ਡਿਬੇਟ ਕਰ ਰਹੇ ਸੀ ਤਾਂ ਇਹ ਕਹਿ ਰਹੇ ਸੀਗੇ ਕਿ ਪਾਕਿਸਤਾਨ ਹੋ ਸਕਦਾ ਕਿ ਰਿਐਕਟ ਇੰਨੀ ਛੇਤੀ ਨਾ ਕਰੇ, ਹੋ ਸਕਦਾ ਕਿ ਉਹ ਸਹੀ ਮੌਕੇ ਦੀ ਤਲਾਸ਼ ਹੋਵੇ। ਵਾਰ-ਵਾਰ ਇਹੀ ਗੱਲਾਂ ਆ ਰਹੀਆਂ ਸੀ ਕਿ ਪਾਕਿਸਤਾਨ ਇੱਕਦਮ ਰਿਐਕਟ ਨਹੀਂ ਕਰੇਗਾ, ਪਰ ਰਿਐਕਸ਼ਨ ਹੋਇਆ ਵੀ ਔਰ ਨੁਕਸਾਨ ਸਾਡਾ ਵੀ ਹੋਇਆ। ਦੇਖੋ, ਆਪਾਂ ਇਹ ਨਹੀਂ ਸੀ ਕਹਿ ਰਹੇ ਕਿ ਰਿਐਕਸ਼ਨ ਨਹੀਂ ਹੋਏਗਾ। ਉੱਥੇ ਵੀ ਪਬਲਿਕ ਪ੍ਰੈਸ਼ਰ ਇੰਨਾ ਜ਼ਿਆਦਾ ਹੈ। ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇਮਰਾਨ ਖਾਨ ਨੂੰ ਸ਼ੇਮ ਕਿਹਾ ਜਾ ਰਿਹਾ ਹੈ। ਉੱਥੋਂ ਦੇ ਬਾਜ਼ਾਰਾਂ ਦੇ ਵਿੱਚ ਇਮਰਾਨ ਖਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ। ਸੋ ਦੇ ਆਰ ਆਲਸੋ ਅੰਡਰ ਪ੍ਰੈਸ਼ਰ ਕਿ ਉਹ ਕੁਛ ਨਾ ਕੁਛ ਕਰਨ। ਕੀ ਕਰਨਾ ਹੈ ਇਹ ਤਾਂ ਉਹਨਾਂ ਨੇ ਕਰਨਾ ਕਿ ਕੀ ਕਰਨਾ ਹੈ। ਉਹ ਇਸ ਵੇਲੇ ਜਿਹੜਾ ਹੈ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੇ 3 ਹਵਾਈ ਜਹਾਜ਼ ਆਏ ਔਰ ਸਾਡੇ ਏਰੀਆ ਦੇ ਵਿੱਚ ਤੋਂ ਆਉਣ ਤੋਂ ਪਹਿਲਾਂ ਹੀ ਸਾਡੇ ਜਿਹੜੇ ਵਿਮਾਨ ਸੀ ਉਹਨਾਂ ਨੇ ਜਿਹੜੀ ਸਾਡੀ ਕੈਪ ਸੀਗੀ ਜੀ ਕੰਬੈਟ 에ਅਰ ਪੈਟਰੋਲ ਹੁੰਦੀ ਹੈ, ਜਿਹੜੇ ਸਾਡੇ ਜਹਾਜ਼ ਹਰ ਵਕਤ ਹਵਾ ਵਿੱਚ ਉੱਡਦੇ ਰਹਿੰਦੇ ਨੇ ਜੀ। ਇੱਕ ਜਦੋਂ ਪੈਟਰੋਲ ਖਤਮ ਹੋਣ ਤੋਂ ਪਹਿਲਾਂ ਥੱਲੇ ਆਉਂਦੇ ਨੇ ਤੇ ਦੂਜੇ ਉੱਡਣ ਲੱਗ ਪੈਂਦੇ ਨੇ, ਜਿਨ੍ਹਾਂ ਨੂੰ ਅਸੀਂ ਥੱਲਿਓ ਹੀ ਡਾਇਰੈਕਟ ਕਰ ਦਿੰਦੇ ਹੈਗੇ ਆ ਕਿ ਤੁਸੀਂ ਇੱਧਰ ਜਾਣਾ, ਇੱਧਰ ਐਨੀਮੀ ਹੈਗੀ। ਤੋ ਡੌਗ ਫਾਈਟ ਹੋਈ, ਆਮਣੇ ਸਾਹਮਣੇ ਲੜਾਈ ਹੋਈ। ਇੱਕ ਜਹਾਜ਼ ਉਹਨਾਂ ਦਾ ਡਿੱਗਿਆ, ਇੱਕ ਜਹਾਜ਼ ਸਾਡਾ ਡਿੱਗਿਆ। ਜਦੋਂ ਆਮਣੇ ਸਾਹਮਣੇ ਲੜਾਈ ਹੁੰਦੀ ਹੈ ਤਾਂ ਇਸ ਤਰ੍ਹਾਂ ਹੁੰਦਾ ਹੀ ਹੈ ਕਿ ਇਹ ਨਹੀਂ ਹੋ ਸਕਦਾ ਕਿ ਇੱਕੋ ਪਾਸੇ ਦਾ ਸਾਰਾ ਨੁਕਸਾਨ ਹੋਵੇ। ਔਰ ਦੂਸਰੀ ਗੱਲ ਬਈ ਇਨੀਸ਼ੀਏਟਿਵ ਉਹਨਾਂ ਦੇ ਹੱਥ ਸੀ, ਉਹਨਾਂ ਨੇ ਆਇਆ ਪਰ ਅਸੀਂ ਉਹਨਾਂ ਨੂੰ ਰੋਕਿਆ। ਸਾਡੇ ਏਰੀਆ 'ਚ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਲਿਆ। ਜਿਹੜੇ ਉਹਨਾਂ ਨੇ ਗੋਲੇ ਸਾਡੀ ਆਰਮੀ ਇੰਸਟਾਲੇਸ਼ਨ ਤੇ ਸਿੱਟਣੇ ਚਾਹੇ ਉਹ ਸਿੱਟ ਨਹੀਂ ਸਕੇ, ਉਹ ਖੱਬੇ ਸੱਜੇ ਡਿੱਗੇ। ਉਹ ਇਹਦਾ ਕਾਰਨ ਇਹ ਵੀ ਹੋ ਸਕਦਾ ਹੈ। ਪਰ ਤੁਸੀਂ ਦੇਖੋ ਸਾਡੀ ਕੈਪੇਬਿਲਿਟੀ ਤੇ ਉਹਨਾਂ ਦੀ ਕੈਪੇਬਿਲਿਟੀ। ਅਸੀਂ ਰਾਤ ਨੂੰ 3:30 ਵਜੇ ਹਨੇਰੇ ਦੇ ਵਿੱਚ ਜਾ ਕੇ ਐਡਾ ਵੱਡਾ ਜਿਹੜਾ ਹੈ ਉਹ ਟਾਰਗੇਟ ਦੇ ਉੱਤੇ ਹਮਲਾ ਕਰਕੇ ਉਹਨੂੰ ਨੇਸਤਾ ਨਬੂਦ ਕਰਕੇ ਤਬਾਹ ਕਰਕੇ ਵਾਪਸ ਆ ਗਏ। ਔਰ ਉਹ ਦਿਨ ਦੇ 10 ਵਜੇ ਵੀ ਲਾਈਨ ਆਫ ਕੰਟਰੋਲ ਕ੍ਰਾਸ ਨਹੀਂ ਕਰ ਸਕੇ ਔਰ ਅਸੀਂ ਉਹਨਾਂ ਨੂੰ ਉੱਥੇ ਹੀ ਘੇਰ ਲਿਆ। ਸੋ ਇਹ ਸਾਡੀ 에ਅਰ ਫੋਰਸ ਦੀ ਕੈਪੇਬਿਲਿਟੀ ਔਰ ਉਹਨਾਂ ਦੀ ਟ੍ਰੇਨਿੰਗ, ਇਹ ਸਾਰਾ ਕੁਝ ਜਿਹੜਾ ਹੈ ਉਹ ਉਹਦੇ ਨਾਲੋਂ ਕਿਤੇ ਬਹੁਤ ਚੰਗਾ ਹੈ। ਔਰ ਸਾਡੇ ਜਿਹੜੇ ਹੈ MiG-21 ਜੀ ਬਾਇਸਨ ਜਹਾਜ਼, ਉਹਨਾਂ ਨੇ ਲੜਾਈ ਕੀਤੀ F-16 ਨਾਲ। F-16 ਇਜ਼ ਅ ਫਾਰ ਸਪੀਡ 에ਅਰਕ੍ਰਾਫਟ, ਇਟ ਇਜ਼ ਕੰਸੀਡਰਡ। ਆਲਦੋ ਜਿਹੜਾ 21 ਹੈ ਇਹ 59 ਸਨ ਦਾ ਬਣਿਆ ਹੋਇਆ ਹੈ, ਪਰ ਅਪਗ੍ਰੇਡ ਕਰ ਕਰਕੇ ਜਿਹੜਾ ਹੈ ਬਾਇਸਨ ਜੇ ਲੇਟੈਸਟ ਵਰਜ਼ਨ ਹੋਵੇ ਤਾਂ ਉਹ 4th ਜਨਰੇਸ਼ਨ 'ਚ ਆ ਜਾਂਦਾ ਹੈ। ਪਰ ਸਾਡੇ MiG-21 ਜਹਾਜ਼ਾਂ ਨੇ ਉਹਨਾਂ ਦੇ F-16 ਨੂੰ ਵੀ ਸਿੱਟ ਲਿਆ। ਇਹ ਵੀ ਕੋਈ ਛੋਟੀ ਗੱਲ ਨਹੀਂ ਹੈ। ਠੀਕ ਹੈ, ਮੈਂ ਇੱਕ ਰਿਐਕਸ਼ਨ ਲੈ ਲਾ ਫਿਰ ਆਉਣਾ। ਰੰਧਾਵਾ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜਿਹੜੀ ਗੱਲ CDS ਕੰਬੋਜ ਸਾਹਿਬ ਨੇ ਕਿਹਾ ਕਿ ਪ੍ਰੈਸ਼ਰ ਦੀ ਗੱਲ। ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਪੁਲਵਾਮਾ ਦਾ ਅਟੈਕ ਹੋਇਆ ਸੀਗਾ ਤੇ ਬਹੁਤ ਸਾਰਾ ਪ੍ਰੈਸ਼ਰ ਜਿਹੜਾ ਭਾਰਤ ਦੀ ਸਰਕਾਰ ਤੇ ਸੀਗਾ, ਨਰਿੰਦਰ ਮੋਦੀ ਹੋਰਾਂ ਤੇ ਸੀਗਾ ਕਿ ਰਿਐਕਟ ਕਿਉਂ ਨਹੀਂ ਕਰ ਰਹੇ, ਰਿਐਕਸ਼ਨ ਕਦੋਂ ਕਰਾਂਗੇ, ਬਦਲਾ ਕਦੋਂ ਲਵਾਂਗੇ। ਉਹ ਸਾਰਾ ਪ੍ਰੈਸ਼ਰ ਰਿਲੀਜ਼ ਹੋ ਗਿਆ ਜਦੋਂ 에ਅਰ ਸਟ੍ਰਾਈਕ ਹੋਈ। ਉਹ ਪ੍ਰੈਸ਼ਰ ਤਬਦੀਲ ਹੋ ਗਿਆ, ਉੱਥੋਂ
ਇੱਥੋਂ ਦੀ ਸਰਕਾਰ ਤੇ, ਪਾਕਿਸਤਾਨ ਦੀ ਸਰਕਾਰ ਤੇ। ਹੁਣ ਉਹਨਾਂ ਨੇ ਪ੍ਰੈਸ਼ਰ 'ਚ ਆ ਕੇ ਆ ਸਭ ਕੁਝ ਕੀਤਾ। ਮੈਂ ਸਿਰਫ ਇਹ ਜਾਣਨਾ ਚਾਹਨਾ ਕਿ ਸਿਰਫ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਇਹ ਪ੍ਰੈਸ਼ਰ ਦੇ ਥੱਲੇ ਹੋ ਰਹੀਆਂ ਨੇ, ਇਹ ਦਬਾਅ ਦੇ ਥੱਲੇ ਹੋ ਰਹੀਆਂ ਨੇ, ਕਿਉਂਕਿ ਤੁਹਾਡੀਆਂ ਰਾਜਨੀਤਿਕ ਮਜਬੂਰੀਆਂ ਵੀ ਹੋ ਜਾਂਦੀਆਂ ਨੇ। ਜਦੋਂ ਆਵਾਮ, ਜਦੋਂ ਜਨਤਾ ਤੁਹਾਡੇ ਦੇ ਉੱਤੇ ਪ੍ਰੈਸ਼ਰ ਪਾਉਣ ਲੱਗ ਜੇ ਤਾਂ ਤੁਹਾਡੀ ਰਾਜਨੀਤਿਕ ਕੁਰਸੀ ਜਦੋਂ ਖੁਸਕਦੀ ਨਜ਼ਰ ਆਵੇ ਤਾਂ ਤੁਹਾਨੂੰ ਕੁਛ ਨਾ ਕੁਛ ਕਰਨਾ ਹੀ ਪੈਂਦਾ। ਅਜਿਹੀਆਂ ਹੀ ਗੱਲਾਂ ਇੱਥੋਂ ਦੀ ਸਰਕਾਰ ਤੇ ਵੀ ਲੱਗਦੀਆਂ ਰਹੀਆਂ ਕਿ ਹੁਣ ਇਲੈਕਸ਼ਨ ਸਿਰ ਤੇ ਨੇ, ਜੇ ਕੁਝ ਨਹੀਂ ਕੀਤਾ ਤਾਂ ਇਹਦਾ ਖਮਿਆਜ਼ਾ ਵੋਟਾਂ 'ਚ ਭੁਗਤਣਾ ਪੈ ਸਕਦਾ। ਉਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇਹ ਹੋਇਆ, ਸੰਸਦ ਦੇ ਵਿੱਚ ਵੀ ਉਹਨਾਂ ਦੀ ਸ਼ੇਮ ਦੀ ਗੱਲ ਹੋਈ, ਬਾਜ਼ਾਰਾਂ ਦੇ ਵਿੱਚ ਵੀ ਪੁਤਲੇ ਫੂਕੇ ਗਏ, ਨਾਅਰੇਬਾਜ਼ੀ ਹੋਈ, ਫਿਰ ਉਹਨਾਂ ਨੂੰ ਰਿਐਕਟ ਕਰਨਾ ਪਿਆ। ਕਿੰਨਾ ਕੁ ਇਹ ਦਬਾਅ ਚੱਲ ਪਾਉਂਦੀਆਂ ਨੇ ਸਰਕਾਰਾਂ, ਜਾਂ ਇਹ ਸਿਰਫ ਇੱਕ ਮਜਬੂਰੀ ਬਣ ਜਾਂਦੀ ਹੈ ਕਿ ਲੋਕਾਂ ਦਾ ਦਬਾਅ ਹੈ ਤਾਂ ਕੁਝ ਨਾ ਕੁਝ ਕਰਨਾ ਹੀ ਪਏਗਾ ਸਾਨੂੰ? ਇਸ ਤਰ੍ਹਾਂ ਕਿ ਜਿੰਨੇ ਵੀ ਦੋਨਾਂ ਤਰ੍ਹਾਂ ਦੇ ਲੋਕ ਆ, ਆਮ ਜਿਹੜੇ ਰੈਜ਼ੀਡੈਂਟ ਆ, ਉਹਨਾਂ ਨੂੰ ਇਸ ਵਿੱਚ ਜ਼ਿਆਦਾ ਇੰਟਰਸਟ ਨਹੀਂ ਵੀ ਜੋ ਲੜਾਈ ਲੱਗੇਗੀ ਤੇ ਸਾਰਿਆਂ ਦਾ ਬਹੁਤ ਨੁਕਸਾਨ ਹੋਏਗਾ। ਅੱਜ ਕੱਲ੍ਹ ਹਰ ਬੰਦਾ ਇੰਨੀ ਵਿਚਾਰ ਰੱਖਦਾ ਕਿ ਐਡਾ ਸੌਖਾ ਨਹੀਂ ਵੀ ਦੋਨਾਂ ਦੇਸ਼ਾਂ ਦਾ ਇੱਕ ਲੜਾਈ ਕਰੇਗਾ ਤੇ ਦੂਸਰੇ ਨੂੰ ਬਹੁਤ ਨੁਕਸਾਨ ਪਹੁੰਚਾ ਦੇਗਾ। ਜਿੱਥੋਂ ਤੱਕ ਇਹਨਾਂ ਦਾ ਪ੍ਰੈਸ਼ਰ ਦਾ ਸਵਾਲ ਆ ਜੀ, ਇੱਕ ਤੇ ਸਭ ਤੋਂ ਵੱਡੀ ਗੱਲ ਵੀ ਹਿੰਦੁਸਤਾਨ ਦੀ ਜਿਹੜੀ ਇਸ ਵੇਲੇ ਸਿਆਸਤ ਆ, ਉਹ ਸਾਰੀਆਂ ਪਾਰਟੀਆਂ ਤੇ ਸਾਰੇ ਮਤਲਬ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਉਹ ਮੋਦੀ ਸਾਹਿਬ ਦੇ ਨਾਲ ਆ, ਗੌਰਮੈਂਟ ਦੇ ਨਾਲ ਆ। ਔਰ ਉਹਨਾਂ ਨੇ ਸਾਰਾ ਇਹ ਵਿਚਾਰ ਵਟਾਂਦਰਾ ਕਰਕੇ ਇੱਕ ਹੀ ਗੱਲ ਕਹੀ ਸੀ ਵੀ ਤੁਸੀਂ ਜੋ ਵੀ ਕਰੋਗੇ ਉਹ ਅਸੀਂ ਇਹ ਤੁਹਾਡੇ ਨਾਲ ਆ। ਇਹ ਬਹੁਤ ਵੱਡੀ ਗੱਲ ਹੈ ਜਿਹੜੀ ਪਹਿਲੀ ਵਾਰ ਦੇਖੀ ਗਈ ਯਾਰ ਕੀ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਸਾਡੇ 40 ਬੰਦੇ ਉਹਨਾਂ ਨੇ ਮਾਰੇ, ਜੇ ਤੁਸੀਂ ਫੌਜ ਨੂੰ ਪੁੱਛੋ, 에ਅਰ ਫੋਰਸ ਦੇ ਨੌਜਵਾਨਾਂ ਨੂੰ ਪੁੱਛੋ, ਜਾਂ ਤੁਸੀਂ ਨੇਵੀ ਦੇ ਕੋਲੋਂ ਪੁੱਛੋ, ਤੇ ਉਹਨਾਂ ਨੂੰ ਮੈਂ ਰੋਂਦੇ ਵੀ ਦੇਖਿਆ, ਕਰਲਾਉਂਦੇ ਵੀ ਦੇਖਿਆ। ਉਹਨਾਂ ਦਾ ਅਸਰ ਜਿਹੜਾ ਉਹ ਹਰ ਇਨਸਾਨ ਤੇ ਪਿਆ। ਔਰ ਸਾਰਿਆਂ ਨੇ ਤੁਸੀਂ ਦੇਖੇ ਹੋਣਾ, ਜਿੰਨੇ ਵੀ ਉਹਨਾਂ ਨੇ ਮਤਲਬ ਜਦੋਂ 40 ਬੰਦੇ ਮਰੇ ਤੇ ਹਰ ਹਿੰਦੁਸਤਾਨੀ ਦਾ ਚਿਹਰਾ ਬੜਾ ਮਹਿਰੂਮ ਸੀ। ਇਹਨਾਂ ਨੇ ਦਿੱਤਾ ਜੀ, ਅਸੀਂ ਕਿਸੇ ਵੀ ਕੋਸਟ ਤੇ ਤੁਸੀਂ ਜਿਨ੍ਹਾਂ ਦੇ ਸ਼ਹੀਦ ਹੋਏ ਉਹਨਾਂ ਦੀਆਂ ਪਤਨੀਆਂ ਨੇ, ਪਰਿਵਾਰਾਂ ਨੇ, ਵੀ ਜਦੋਂ ਵੀ ਇਹ ਜਿਹਨਾਂ ਦਾ ਤੁਸੀਂ ਬਦਲਾ ਲਓਗੇ ਉਹ ਅਸੀਂ ਤਾਂ ਹੀ ਮੰਨਾਂਗੇ। ਇੱਕ ਤੇ ਇਹਦਾ ਨਹੀਂ ਇਹ ਮਜਬੂਰੀ ਸੀ। ਦੂਸਰੀ ਇਹ ਮਜਬੂਰੀ ਆ ਕਿ ਜਿਹੜੇ ਆਪਣੇ ਜਵਾਨ ਲੜਦੇ ਆ ਜੀ, ਉਹਨਾਂ ਨੂੰ ਅਸੀਂ ਸ਼ਾਬਾਸ਼ ਦਿੰਦੇ ਆ। ਸਾਰੇ ਭਾਰਤ ਦੇ ਲੋਕ ਬਿਲਕੁਲ ਚੰਗੀ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਜਿੰਨੀਆਂ ਵੀ ਡਿਫੈਂਸ ਫੋਰਸਿਸ ਆ ਉਹਨਾਂ ਦੀ ਉਹ ਮਦਦ ਕਰਨ ਲਈ ਤਿਆਰ ਹੈ। ਜਦੋਂ ਸਾਡੇ ਜਵਾਨ ਦਾ ਇੰਨਾ ਹੌਸਲਾ ਵੱਧ ਜਾਵੇ ਤੇ ਅਸੀਂ ਫਿਰ 40 ਨੂੰ ਕਵਰ ਨਹੀਂ ਕੀਤਾ, ਅਸੀਂ ਬਦਲਾ ਲੈਣ ਵਾਸਤੇ ਜਿਹੜੀ ਗੱਲ ਕੀਤੀ ਸੀ ਉਹ ਬੜੀ ਇੱਕ ਪੀਸਫੁਲੀ ਸਟ੍ਰਾਈਕ ਸੀ। ਡਾਊਨ ਆਰਮੀ ਮਤਲਬ ਉਹਨੂੰ ਤੋਂ ਕਿਹਾ ਜਾਂਦਾ ਏਅਰਪੋਰਟ ਦੀ ਸਟ੍ਰਾਈਕ ਸੀ। ਉਹ ਸਿਰਫ ਕੀਤੀ ਅਸੀਂ ਉਹਨਾਂ ਤੇ ਇੱਕ ਜਿਹੜੇ ਮਤਲਬ ਉਹਨਾਂ ਦੇ ਦਹਿਸ਼ਤਗਰਦਾਂ ਦੇ ਜਿਹੜੇ ਉਹ ਅੱਡੇ ਆ, ਉਹਨੂੰ ਤਬਾਹ ਕਰਨਾ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ, ਸਾਡੇ ਕਿਤੇ ਵੀ ਕਰ ਸਕਦੇ ਸੀ। ਉਹਨਾਂ ਨੇ ਰਿਟੈਲੀਏਸ਼ਨ ਉਹਨਾਂ ਨੇ ਕੀਤੀ ਕਿ ਆਪਣੇ ਆਪ ਨੂੰ ਦੱਸਣ ਵਾਸਤੇ ਕਿ ਨਹੀਂ ਅਸੀਂ ਤੁਹਾਡੇ ਤੋਂ ਮਾੜੇ ਨਹੀਂ ਗੇ। ਉਹਨਾਂ ਮਤਲਬ ਬਾਰਡਰ ਵੀ ਖੋਲ੍ਹਤਾ ਤੇ ਏਅਰਕ੍ਰਾਫਟ ਵੀ ਇੱਧਰ ਭੇਜਤੇ। ਔਰ ਇਹਨਾਂ ਨੇ ਅਸੀਂ ਤਾਂ ਕਿਤੇ ਸਮਝ ਲਓ 21 ਮਿੰਟ ਦੇ ਸਾਰਾ ਕੰਮ, ਔਰ ਉਹ ਵਾਪਸ ਆ ਗਏ। ਸਾਨੂੰ ਤੇ ਮਤਲਬ ਇਹ ਗੱਲ ਦਾ ਮਾਣ ਆ ਕਿ ਉਹ ਕਹਿੰਦੇ ਜੀ ਅਸੀਂ ਸੌਂਗੇ, ਡਿਫੈਂਸ ਮਿਨਿਸਟਰ ਕੁਛ ਕਹਿੰਦਾ, ਫੋਰਨ ਮਿਨਿਸਟਰ ਕੁਛ ਕਹਿੰਦਾ, ਆਰਮੀ ਉਹਨਾਂ ਦੀ ਕੁਛ ਕਹਿੰਦੀ ਆ। ਸੁੱਤੇ ਸੱਤੇ ਨਹੀਂ ਸੀ। ਉਹਨਾਂ ਦੀ ਕੈਪੈਸਿਟੀ, ਉਹਨਾਂ ਦੀ ਜਿਹੜੀ ਇੰਟੈਲੀਜੈਂਸ ਆ ਔਰ ਰਡਾਰ ਨੂੰ ਤੁਸੀਂ ਜਾਮ ਕਰ ਦੇਣਾ। ਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਨੁਕਸਾਨ ਪਹੁੰਚਾਇਆ ਨਹੀਂ, ਦਹਿਸ਼ਤਗਰਦਾਂ ਨੂੰ ਨੁਕਸਾਨ ਪਹੁੰਚਾਇਆ। ਉਹਨਾਂ ਨੇ ਹੁਣ ਕਿਉਂਕਿ ਉਹਨਾਂ ਦੀ ਸਾਰੀ ਜਿਹੜੀ ਆ ਪਾਰਲੀਮੈਂਟ ਆ, ਸਟੇਟ ਅਸੈਂਬਲੀਜ਼ ਆ, ਉਹ ਸਾਰੀਆਂ ਮਤਲਬ ਇਮਰਾਨ ਖਾਨ ਨੂੰ ਫੜੀ ਫਿਰਦੀਆਂ। ਔਰ ਇਮਰਾਨ ਖਾਨ ਜਿਹੜਾ ਬੇਸਿਕਲੀ ਲਿੰਕਡ ਆ ਟੈਰਰਿਸਟ ਨਾਲ, ਉਹ ਉਹਨਾਂ ਦੇ ਜਦੋਂ ਪੋਲੀਟੀਕਲ ਪ੍ਰੈਸ਼ਰ ਉਹ ਪਿਆ ਤੇ ਇਮਰਾਨ ਖਾਨ ਨੂੰ ਜਦੋਂ ਟੈਰਰਿਸਟ ਵੱਲੋਂ ਪਿਆ ਤੇ ਇਮਰਾਨ ਖਾਨ ਨੇ ਹੋਰ ਕੋਈ ਉਹਦੇ ਕੋਲ ਚਾਰਾ ਨਹੀਂ ਸੀ ਵੀ ਜਦ ਉਹ ਰਿਟੈਲੀਏਟ ਨਾ ਕਰਦਾ। ਔਰ ਉਹਨਾਂ ਦੇ ਰਿਟੈਲੀਏਟ ਕਰਨਾ, ਉਹਨਾਂ ਨੇ ਹਵਾਈ ਜਹਾਜ਼ ਭੇਜੇ, ਅਸੀਂ ਉਹਨਾਂ ਨੂੰ ਸ਼ਾਟ ਡਾਊਨ ਕਰਤਾ, ਫਿਰ ਸਾਡੇ ਦੂਰੇ ਗਏ। ਉਹਨਾਂ ਨੇ ਕੀਤਾ ਕਿਉਂਕਿ ਰਿਟੈਲੀਏਸ਼ਨ ਇਜ਼ ਵੈਰੀ ਫਾਰਮਲ ਐਂਡ ਨਾਰਮਲ ਹੈ। ਇਹਦੇ 'ਚ ਕੋਈ ਨਹੀਂ ਗੱਲ ਹੁੰਦੀ। ਔਰ ਸਾਨੂੰ ਹੁਣ ਅਗਲੇ ਜਿਹੜਾ ਦੇਖਦੇ ਅਸੀਂ, ਸਾਡਾ ਜੋ ਦੇਖ ਰਹੇ ਆ, ਇਹ 'ਚ ਦੋ ਚੀਜ਼ਾਂ ਹੋ ਸਕਦੀਆਂ ਕਿਉਂਕਿ ਪਾਕਿਸਤਾਨ ਆਲਰੇਡੀ ਸਵੇਰੇ ਸਟੇਟਮੈਂਟ ਪਾਕਿਸਤਾਨ ਨੇ ਦਿੱਤੀ ਹੈ ਕਿ ਬਈ ਅਸੀਂ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਆ। ਔਰ ਜੇ ਉਹਦੇ ਤੇ ਹੁਣ ਇਹ ਜੋ ਕਹਿੰਦਾ ਸੱਚ ਹੋਵੇ ਤੇ ਫਿਰ ਤੇ ਠੀਕ ਆ। ਜੇ ਉਹ ਸਿਰਫ ਇਹ ਚਾਹੁੰਦਾ ਕਿ ਮਤਲਬ ਲੋਕਾਂ ਨੂੰ ਦਿਖਾਉਣ ਵਾਸਤੇ, ਇੰਟਰਨੈਸ਼ਨਲ ਕਮਿਊਨਿਟੀ ਨੂੰ ਦਿਖਾਉਣ ਵਾਸਤੇ, ਤੇ ਫਿਰ ਪਰ ਸਾਨੂੰ ਚਕੰਨੇ ਰਹਿਣਾ ਚਾਹੀਦਾ। ਔਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੰਨੀ ਵੀ ਦੋਨਾਂ ਤਰ੍ਹਾਂ ਦੀ ਆ, ਉਹ ਕੋਈ ਐਸਾ ਦੇਖੋ, ਅਮਰੀਕਾ ਵੀ ਸਾਡੀ ਸਪੋਰਟ ਸਫੇਰ ਦੇ ਆ ਗਿਆ। ਸਾਡੇ ਕੋਲ ਏਅਰਕ੍ਰਾਫਟ ਜ਼ਿਆਦਾ, ਸਾਡੇ ਕੋਲ ਆਰਮੀ ਜ਼ਿਆਦਾ, ਸਾਡੇ ਕੋਲ ਨੇਵੀ ਜ਼ਿਆਦਾ, ਸਾਡੇ ਕੋਲ ਮਿਜ਼ਾਈਲ ਜ਼ਿਆਦਾ, ਸਾਡੇ ਕੋਲ ਹਰ ਚੀਜ਼ ਜ਼ਿਆਦਾ। ਅਸੀਂ ਡਰਨ ਦੀ ਸਾਨੂੰ ਲੋੜ ਨਹੀਂ। ਔਰ ਹੁਣ ਸਭ ਤੋਂ ਵੱਡੇ ਦੇਸ਼ ਦਾ ਜਿਹੜਾ ਇੱਕ ਮੋਰਲ ਐਟੀਟਿਊਡ ਹੁੰਦਾ ਜਿਹੜਾ, ਉਹ ਜਵਾਨਾਂ ਦਾ ਬਹੁਤ ਹਾਈ ਆ। ਠੀਕ ਹੈ। ਮੈਂ ਇੱਕ ਮਿੰਟ ਵਿਕਰਮ ਜੀ ਤੁਹਾਡੇ ਤੋਂ ਰਿਐਕਸ਼ਨ ਲੈਣਾ ਚਾਹਨਾ। ਅੱਜ ਜਿਹੜਾ ਸਾਰਾ ਦਿਨ ਵਰਤਾਰਾ ਰਿਹਾ,
에ਅਰਪੋਰਟ ਬੰਦ ਕਰ ਦਿੱਤੇ ਗਏ, ਅੰਮ੍ਰਿਤਸਰ ਦੇ 에ਅਰਪੋਰਟ ਬੰਦ ਕਰ ਦਿੱਤਾ ਗਿਆ, ਚੰਡੀਗੜ੍ਹ ਤੋਂ ਫਲਾਈਟਾਂ ਕੈਂਸਲ ਹੋ ਗਈਆਂ, ਸਾਰਿਆਂ ਨੂੰ ਕਹਿ ਦਿੱਤਾ ਕਿ ਅਲਰਟ ਰਹਿਣ ਨੂੰ ਕਹਿ ਦਿੱਤਾ। ਇਹ ਜਿਹੜਾ ਅੱਜ ਮਾਹੌਲ ਬਣਿਆ ਔਰ ਦੇਸ਼ ਦੀ ਜਨਤਾ ਦੇ ਵਿੱਚ ਇੱਕ ਸਹਿਮ ਜ਼ਰੂਰ ਸੀਗਾ ਕਿ ਇਹ ਹਾਲਾਤ ਨੇ ਜਿਹੜੇ ਜੰਗ ਵੱਲ ਵੱਧਦੇ ਜਾ ਰਹੇ ਨੇ, ਕਿੰਨੀ ਕੁ ਫਿਕਰ ਕਰਨ ਦੀ ਲੋੜ ਹੈਗੀ ਹੈ? नहीं, आई थिंक पाकिस्तान रियलाइज़ कर रहा है कि अगर टेंशन्स एस्केलेट नहीं होंदियां टू सम लेवल, इंटरनेशनल कम्युनिटी इंटरवीन नहीं करेगी इन देयर फेवर। सो पाकिस्तान ने भी इमीडिएटली साडी एयर स्ट्राइक नू रिस्पॉन्स दिता अज सवेरे, क्योंकि पाकिस्तानी आर्मी शुरू तो एक पैरिटी चाहती है इंडिया नाल, इक्विवेलेंस। जब इंडिया ने 1998 में न्यूक्लियर टेस्ट किया, पाकिस्तान ने इमीडिएटली न्यूक्लियर टेस्ट किया। सो इन्होंने इमीडिएटली जो स्ट्राइक रिटैलिएट किया, एक इक्विवेलेंस चाहती है। पाकिस्तान की तुसी स्टेटमेंट देखो कि उन्होंने फॉरेन मिनिस्टर ने अमेरिका के US सैकटरी ऑफ स्टेट माइक पॉम्पियो नाल गल करके ये कहा कि अगर तुसी ये टेंशन्स नू डिफ्यूज़ नहीं करते तो साडी जिहड़ी अफगानिस्तान में पीस टॉक्स ने तालिबान वो असी सैबोटाज कर देंगे, इनडायरेक्टली ये क्या टू माउंट प्रेशर ऑन द US कि तुसी इंटरवीन करो। सो पाकिस्तान हुण ये चाह रहा है कि किसी ना किसी तरह नाल असी टेंशन उस लेवल ते लैके जाइए कि इंटरनेशनल कम्युनिटी इन्वॉल्व होए। और जिस तरह इमरान खान की आज स्टेटमेंट आई है कि दोनों देशों को बड़े खतरनाक वेपन्स ने और ये एस्केलेशन कित्थे तक जाएगा और उसका की नतीजा आएगा, नोबडी। सो अगेन वार्निंग टू इंटरनेशनल कम्युनिटी कि ये टेंशन बिटवीन टू न्यूक्लियर पावर, देखो पहली बार हुआ है कि बिटवीन टू न्यूक्लियर पावर्स एयर स्ट्राइक्स हुई ने और एयर कॉम्बैट होया। सो एक कित्थे जांदा है, बिकॉज मोदी जी भी इलैक्शन फेस कर रहे हैं, इन्होंने भी प्रेशर है टू रिटैलिएट। पूरा पाकिस्तान में प्रेशर है कि उन्होंने अपनी इमेज रिस्टोर करनी है उन्होंने लोगों के सामने कि इन्नी डीप स्ट्राइक इंडिया ने की है, ठीक है। उन्होंने इंटरनेशनल कम्युनिटी को भी सिग्नल भेजना है और उन्होंने इंडिया को भी दिखाना है कि अगर तुसी अपनी रिटैलिएशन इन्नियां कीती, वी विल ऑल्सो शो यू इक्वल रिटैलिएशन। और आई थिंक जो अज सवेरे IF ते अटैक होया है जो वो समझने की जरूरत है। पाकिस्तान के जैट्स आए ने, उन्होंने LOC के कोल बॉम्ब सुटे ने, किते ना किते उन्होंने इंडिया के जैट्स नू ल्योर किया कि तुसी कॉम्बैट विच आओ। जिस तरह इंडिया के जैट्स उन्होंने पिछे लगे ने, उन्होंने एयर डिफेंस ने ओपन अप फायर करके साडा MiG-21 ड्रॉप करता है। हुण पाकिस्तान क्लेम कर रहा है कि इंडिया के 2 पायलट्स उन्होंने कस्टडी विच ने, इंडिया कह रहा है सिर्फ एक मिसिंग है। और वो काफ़ी सीनियर ऑफिसर ने, विंग कमांडर अभिनंदन जी, जिन्हों के फादर साहब एयर ऑफिसर कमांडिंग ईस्टर्न कमांड रहे हैं। सो उन्होंने एक बड़ा वड्डा एक उन्होंने हाथ विच एक उन्होंने कोल एक टूल आ गया। तो याद होगा कि कारगिल वॉर विच एयरफोर्स स्क्वाड्रन लीडर अजय आहूजा वाज शॉट डाउन, ही वाज कैप्चर्ड एंड किल्ड इन कस्टडी। फ्लाइट लेफ्टिनेंट नाचिकेता वाज आल्सो कॉट बट ही वाज स्पेयर्ड। सौरभ कालिया फोर्ट जार्डे विद 5 men was captured, killed and bodies mutilated। और आई थिंक अज भी ਜਿਹੜੇ ਸਾਡੇ ਪਾਇਲਟ ਨੂੰ ਫੜਿਆ ਉਹਨੂੰ ਵੀ ਇਹਨਾਂ ਨੇ ਕਾਫੀ ਕੁੱਟਮਾਰ ਕੀਤੀ ਹੈ। ਸੋ ਆਈ ਥਿੰਕ ਇਹ ਓਵਰਆਲ ਅਸੀਂ ਅਗਰ ਪਿਕਚਰ ਦੇਖੀਏ ਤੇ ਇਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਟੈਂਸ਼ਨ ਡਰਾ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਇੰਟਰਵੀਨ ਕਰਕੇ ਇਹ ਟੈਂਸ਼ਨਸ ਨੂੰ ਡਿਫਿਊਜ਼ ਕਰੋ। ਬਿਲਕੁਲ ਠੀਕ ਹੈ। ਜਵੰਤ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਿਹੜੀ ਗੱਲ ਅਸੀਂ ਪਹਿਲਾਂ ਕਰ ਰਹੇ ਸੀਗੇ ਕਿ ਜਿਵੇਂ ਦੇ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਪਰ ਜਿਹੜੀ ਅੱਜ ਭਾਸ਼ਾ ਦੇਖਣ ਨੂੰ ਮਿਲੀ ਹੈ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਇਮਰਾਨ ਖਾਨ ਦੀ ਭਾਸ਼ਾ ਵੀ ਦੇਖਣ ਨੂੰ ਮਿਲੀ, ਉਸ ਤੋਂ ਪਹਿਲਾਂ फौज के प्रमुख अधिकारियों ने भी प्रेस कॉन्फ्रेंस की तो उन्होंने कहा कि असी शांति चाहते हैं, असी टेबल पर गल करना चाहते हैं। इमरान खान की भाषा के भी सॉफ्टनेस अज देखने को मिली। उन्हें किसी तरीके नाल कहा कि जंग शुरू करनी बड़ी सौखी है, कित्थे तक जाती है ना असी जानते ना तुसी जानते हो, इसलिए जंग किसी भी मुद्दे का हल नहीं हैगा। की लगता है कि पाकिस्तान नूं ये थोड़ा जिहा हो गया है कि हुण अग्रैसिव है भारत, हिंदुस्तान अग्रैसिव हो गया और भलाई इसे दे विच है कि शांति वर्तारे नूं अगे वधाया जाए? सब तो पहले तो इस चैनल के माध्यम चो मैं पाकिस्तान नूं ये रिमाइंड कराना चाहना कि जेडे पायलट ने उन्होंने कैप्चर किया है, अगर किया है तो ही कम्स अंडर द जेनेवा कन्वेंशनस। तो पाकिस्तान दी किन्नी क इस चीज़ दे विच इंटरनेशनल नॉर्म्स नूं ओबे करन दा किन्ना को दे च या उन्हां दे नाल चलन दा किन्ना को उन्हां दी क्षमता है, वो इत्थों पता लग जाएगी कि वो पायलट नूं किस तरीके नाल ट्रीट करते ने ते उन्हों एज अ प्रिजनर ऑफ वॉर किन्नी छेती वापस भेजते ने जिद्दां असी उन्हां दे 91,000 प्रिजनर्स ऑफ वॉर नूं वापस भेजिया सीगा। नाउ सैकंड पॉइंट इज़ कि उन्हां दी जिहड़ी रेटोरिक आ, उन्हां दी गलबात जिहड़ी है
ਉਹਨਾਂ ਦਾ ਪ੍ਰਾਈਮ ਮਿਨਿਸਟਰ ਜੋ ਕਹਿੰਦਾ ਹੈ ਉਹਦੇ ਨਾਲ ਤੇ ਕਦੀ ਕੋਈ ਫਰਕ ਪੈਂਦਾ ਨਹੀਂ ਹੈ, ਪਰ ਜੋ ਸਿਗਨੀਫੀਕੈਂਟ ਹੈ ਉਹ ਇਹ ਹੈ ਕਿ ਉਹਨਾਂ ਦੇ ਚੀਫ ਆਫ ਆਰਮੀ ਸਟਾਫ ਨੇ ਵੀ ਸਵੇਰੇ ਐਸੀ ਇੱਕ ਸਟੇਟਮੈਂਟ ਬਣਾਈ ਹੈ, ਪਰ ਐਸੀਆਂ ਸਟੇਟਮੈਂਟਸ ਉਹਨਾਂ ਨੇ ਪਹਿਲੇ ਵੀ ਬਹੁਤ ਵਾਰ ਬਣਾਈਆਂ ਨੇ। ਇਟ ਇਜ਼ ਵਾਕ ਦ ਟਾਕ। ਹਿੰਦੁਸਤਾਨ ਨੇ ਉਦੋਂ ਤੱਕ ਵੇਟ ਕਰਦੇ ਰਹਿਣਾ ਹੈ, ਉਦੋਂ ਤੱਕ ਵਿਜੀਲੈਂਟ ਰਹਿਣਾ ਹੈ ਜਦੋਂ ਤੱਕ ਇਟ ਇਜ਼ ਨਾਟ ਵੈਰੀ ਸ਼ੋਰ ਕਿ ਪਾਕਿਸਤਾਨ ਆਪਣਾ ਵਾਕ ਦ ਟਾਕ ਕਰ ਰਿਹਾ ਹੈ। ਜੋ ਉਹ ਕਹਿੰਦੇ ਨੇ ਉਹ ਦਿਲ ਤੋਂ ਕਹਿੰਦੇ ਨੇ ਤੇ ਉਹ ਕਰਨ ਨੂੰ ਤਿਆਰ ਨੇ। ਹੁਣ ਦੂਸਰੀ ਗੱਲ ਵੀ ਤੇ ਹੋ ਸਕਦੀ ਸੀ ਇਸ ਵੇਲੇ, ਅਗਰ ਉਹ ਕਹਿੰਦੇ ਸੀਗੇ ਕਿ ਅਸੀਂ ਵੀ ਵਾਂਟ ਪੀਸ, ਤੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਜਾ ਕੇ ਉਹ ਇਹ ਵੀ ਤੇ ਦੱਸ ਸਕਦੇ ਸੀਗੇ ਕਿ ਦੇਖੋ ਇੰਡੀਆ ਨੇ ਐਡਾ ਵੱਡਾ ਇਹ ਸਾਡੇ ਵਾਇਓਲੇਸ਼ਨ ਕੀਤੀ ਹੈ ਪਰ ਅਸੀਂ ਬਿਲਕੁਲ ਰਿਐਕਟ ਨਹੀਂ ਕੀਤਾ। ਤੁਸੀਂ ਦੇਖੋ ਕਿੰਨਾ ਉਹਨਾਂ ਦਾ ਸਟੇਚਰ ਵੱਧ ਜਾਂਦਾ, ਪਰ ਉਹਨਾਂ ਦੇ ਵਿੱਚ ਉਹ ਸਟੇਟਸਮੈਨਸ਼ਿਪ ਤੇ ਉਹਨਾਂ ਦੇ ਵਿੱਚ ਉਹ ਫਿਤਰਤ ਹੈ ਹੀ ਨਹੀਂ। ਉਹ ਸਾਰਾ ਟਾਈਮ ਸਾਡੇ ਨਾਲ, ਜਿੱਦਾਂ ਕਹਿ ਰਹੇ ਸੀ ਵਿਕਰਮਜੀਤ, ਸਾਡੇ ਨਾਲ ਉਹ ਹਰ ਟਾਈਮ ਮੁਕਾਬਲੇ ਦੇ ਵਿੱਚ ਹੀ ਰਹਿੰਦੇ ਨੇ ਤੇ ਬੱਚਿਆਂ ਦੇ ਵਾਂਗੂ ਆਈ ਵੁੱਡ ਸੇ ਕਿ ਹਰ ਚੀਜ਼ ਦੇ ਵਿੱਚ ਤੁਸੀਂ ਰਿਐਕਟ ਕਰੋ, ਅਸੀਂ ਇਹ ਕਰ ਦਿੱਤਾ, ਸਾਡੇ ਬੰਟੇ ਤੂੰ ਲੈ ਗਿਆ, ਅਸੀਂ ਤੇਰੇ ਬੰਟੇ ਲੈ ਜਾਂਦੇ ਆ। ਦੈਟ ਕਾਈਂਡ ਆਫ ਐਟੀਟਿਊਡ ਦੇ ਹੈਵ ਗॉट। ਤੇ ਇਸ ਐਟੀਟਿਊਡ ਦੇ ਨਾਲ ਤੇ ਫਿਰ ਕਿਸੇ ਵੀ ਤਰੀਕੇ ਦੀ ਕੋਈ ਪੀਸ ਟਾਕ ਹੋਣੀ ਜਾਂ ਕੋਈ ਮੈਚੁਰ ਸਟੇਟਸਮੈਨ ਲਾਈਕ ਚੀਜ਼ ਉਹਨਾਂ ਕੋਲੋਂ ਐਕਸਪੈਕਟ ਕਰਨੀ, ਇਹ ਮੈਂ ਨਹੀਂ ਸਮਝਦਾ ਕਿ ਇਹ ਸੰਭਵ ਹੈਗੀ ਹੈ। ਸੋ ਅੱਛਾ ਇਹੋ ਹੀ ਹੋਏਗਾ ਕਿ ਪਾਕਿਸਤਾਨ ਹੁਣ ਵੀ ਆਪਣੇ ਆਪ ਨੂੰ ਸੰਭਾਲ ਲੇ ਤੇ ਇਸ ਟਿਟ ਫॉर ਟੈਟ ਦੇ ਵਿੱਚ ਨਾ ਪਏ। ਸਿਮਿਲਰਲੀ ਆਈ ਵੁੱਡ ਆਲਸੋ ਰਿਕੁਐਸਟ ਕਿ ਜੋ ਮੀਡੀਆ ਹੈ ਉਹ ਵੀ ਐਡੀ ਜ਼ਿਆਦਾ ਇੱਕ ਹਿਸਟੀਰੀਆ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੇ ਐਂਡ ਲੈਟ ਅਸ ਸਿਟ ਡਾਊਨ ਤੇ ਇਸ ਸਿਚੁਏਸ਼ਨ ਨੂੰ ਅਸੀਂ ਸੰਭਾਲਣ ਦੇ ਵਾਸਤੇ ਕੋਈ ਨਾ ਕੋਈ ਤਰੀਕਾ ਢੂੰਢੀਏ। ਤਰਲੋਚਨ ਸਿੰਘ ਜੀ, ਆਪਾਂ ਪੰਜਾਬ ਦੇ ਸੰਦਰਭ 'ਚ ਗੱਲ ਕਰਦੇ ਹਾਂ। ਅੱਜ ਪੰਜਾਬ ਦਾ ਅੰਮ੍ਰਿਤਸਰ ਏਅਰਪੋਰਟ ਵੀ ਬੰਦ ਹੋ ਗਿਆ, ਆਦਮਪੁਰ ਦਾ ਏਅਰਪੋਰਟ ਵੀ ਬੰਦ ਹੋ ਗਿਆ ਸੀ ਕੁਝ ਸਮੇਂ ਲਈ, ਬਠਿੰਡਾ ਦਾ ਏਅਰਪੋਰਟ ਵੀ ਬੰਦ ਹੋ ਗਿਆ ਸੀਗਾ ਔਰ ਇਹ ਕਹਿ ਦਿੱਤਾ ਗਿਆ ਸੀਗਾ ਕਿ ਜਿੰਨਾ ਬਾਰਡਰ ਏਰੀਆ ਉਹ ਸਾਰਾ ਅਲਰਟ ਰਵੇ ਔਰ ਹੋ ਸਕਦਾ ਹੈ ਕਿ ਉਹਨਾਂ ਨੂੰ ਉੱਥੋਂ ਹਟਾਇਆ ਵੀ ਜਾਵੇ, ਪਲਾਨ ਵੀ ਕੀਤਾ ਜਾਵੇ। ਅਜਿਹੇ ਦੇ ਵਿੱਚ ਅਸੀਂ ਵਾਰ-ਵਾਰ ਇਹੀ ਸੋਚਦੇ ਹਾਂ ਕਿ ਜਦੋਂ ਵੀ ਅਜਿਹੇ ਕੋਈ ਹਾਲਾਤ ਬਣਦੇ ਨੇ ਤਾਂ ਸਭ ਤੋਂ ਵੱਡਾ ਅਸਰ ਜਿਹੜਾ ਉਹ ਸਾਨੂੰ ਹੀ ਪੈਂਦਾ, ਪੰਜਾਬ ਨੂੰ ਹੀ ਪੈਂਦਾ। ਟ੍ਰੇਡ ਨੂੰ ਲੈ ਲਓ, ਵਪਾਰ ਨੂੰ ਲੈ ਲਓ, ਸੀਮੈਂਟ ਬੰਦ ਹੋ ਗਿਆ, ਟਮਾਟਰ ਬੰਦ ਹੋ ਗਿਆ, ਪਿਆਜ਼ ਬੰਦ ਹੋ ਗਿਆ, ਟ੍ਰੇਡ ਸਾਡਾ ਜਿਹੜਾ ਉਹ ਉਥਲ-ਪੁਥਲ ਹੋ ਗਿਆ। ਇਸ ਸਭ ਦੇ ਵਿੱਚ ਚਲੋ ਨੇਸ਼ਨਸ ਦੇ ਹਿੱਤ ਸਭ ਤੋਂ ਵੱਧ ਨੇ, ਪਰ ਕੀ ਨੇਸ਼ਨਸ ਦੇ ਹਿੱਤਾਂ ਨੂੰ ਵੇਖਦਿਆਂ ਹੋਇਆ ਇਹਨਾਂ ਦੇ ਹਿੱਤ ਅੱਖੋਂ ਪਰੋਖੇ ਕਰਨੇ ਚਾਹੀਦੇ ਨੇ ਜਿਹੜੇ ਬਾਰਡਰ ਤੇ ਬੈਠੇ ਨੇ? ਐਕਚੁਅਲੀ ਹਰਪ੍ਰੀਤ ਜੀ, ਇਹ ਸਾਡਾ ਦੁਖਾਂਤ ਹੈ ਭਾਰਤ ਦਾ ਵੀ ਸਾਨੂੰ ਗੁਆਂਢ ਬੜਾ ਮਾੜਾ ਮਿਲਿਆ। ਜੇਕਰ ਘਰ ਦੇ ਜਿਹੜੇ ਮਾੜਾ ਗੁਆਂਢ ਹੋਵੇ ਤੇ 24 ਘੰਟੇ ਸਿਰਦਰਦੀ ਰਹਿੰਦੀ ਹੈ। ਦੂਸਰੀ ਗੱਲ, ਲੜਾਈ ਕੋਈ ਨਹੀਂ ਚਾਹੁੰਦਾ, ਅੱਕ ਚੱਬਣਾ ਪੈਂਦਾ, ਅੱਕ ਚੱਬਣ ਵਾਲੀ ਗੱਲ ਹੈ। ਹੁਣ ਜਦੋਂ ਇਨਸੀਡੈਂਟ ਪੁਲਵਾਮਾ 'ਚ ਹੋਇਆ, ਸਾਡੇ ਜਵਾਨ ਸ਼ਹੀਦ ਕੀਤੇ, ਉਸ ਤੋਂ ਬਾਅਦ ਉਹਦਾ ਰਿਐਕਸ਼ਨ ਜ਼ਰੂਰੀ ਸੀ। ਮੈਂ ਸਮਝਦਾ ਵੀ ਇਹਨੂੰ ਆਪਾਂ ਪੋਲੀਟੀਕਲੀ ਵੀ ਨਹੀਂ ਕਹਿ ਸਕਦੇ ਸੀ, ਇੱਕ ਆਪਣੇ ਦੇਸ਼ ਦਾ ਮੋਰਲ ਜਿਹੜਾ ਬੂਸਟ ਕਰਨ ਲਈ ਇਹ ਕੁਝ ਕਰਨਾ ਚਾਹੀਦਾ ਸੀ। ਜਿਹੜੀ ਹੁਣ ਤੁਸੀਂ ਗੱਲ ਕਹਿ ਰਹੇ ਜੇ, ਜਦੋਂ ਵੀ ਇੰਡੀਆ ਪਾਕਿਸਤਾਨ ਦੀ ਇਦਾਂ ਦੀ ਕੋਈ ਟੈਨਸ਼ਨ ਵਾਲੀ ਗੱਲ ਆਉਂਦੀ ਹੈ ਤੇ ਸਾਰੇ ਪੰਜਾਬੀ ਜਿਹੜੇ ਨੇ, ਇਹ ਕੋਈ ਗੱਲ ਨਹੀਂ ਵੀ ਚਿੰਤਤ ਹੁੰਦੇ ਨੇ, ਪਰ ਉਹਨਾਂ 'ਚ ਹਿੰਮਤ ਵੀ ਪੂਰੀ ਹੁੰਦੀ ਹੈ, ਫੌਜ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਗਾ ਵੀ ਪੰਜਾਬ ਨੂੰ ਹਰੇਕ ਲੜਾਈ 'ਚ ਬਹੁਤ ਵੱਡਾ ਨੁਕਸਾਨ ਝੇਲਣਾ ਪੈਂਦਾ ਹੈ। ਭਾਵੇਂ ਕੱਲ੍ਹ ਹੀ ਫੈਸਲਾ ਕੀਤਾ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਰਹੱਦੀ ਦੌਰੇ ਤੇ ਗਏ ਨੇ। ਉਹਨਾਂ ਨੇ ਪਠਾਨਕੋਟ ਜਾਣਾ ਹੈ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਜਾਣਾ, ਔਰ ਪੰਜਾਬ ਸਰਕਾਰ ਨੇ ਬੜਾ ਸਪਸ਼ਟ ਕੀਤਾ ਵੀ ਬਾਰਡਰ ਤੋਂ ਕਿਸੇ ਤਰ੍ਹਾਂ ਵੀ ਜਿਹੜੇ ਉੱਥੇ ਪਿੰਡ ਨੇ, ਉੱਥੋਂ ਦੇ ਵਸਨੀਕ ਹੈ, ਉਹਨਾਂ ਨੂੰ ਉੱਥੋਂ ਪਲਾਇਨ ਕਰਨ ਦੀ ਜਾਂ ਉੱਠਣ ਦੀ ਕੋਈ ਲੋੜ ਨਹੀਂ ਗੀ। ਪੂਰਾ ਸਾਰਾ ਚੱਲ ਰਿਹਾ, ਕੋਈ ਉਹਦੇ 'ਚ ਸਮੱਸਿਆ ਨਹੀਂ ਗੀ। ਪਰ ਪ੍ਰੋਬਲਮ ਬਹੁਤ ਵੱਡੀ ਹੈ, ਮਤਲਬ ਟੈਨਸ਼ਨ ਤੇ ਹੁੰਦੀ ਹੈ। ਹੁਣ ਅੱਜ ਹੀ ਜਿਹੜਾ ਇੱਕ ਭਾਰਤ ਸਰਕਾਰ ਨੇ ਫੈਸਲਾ ਕੀਤਾ ਸੀ ਜਦੋਂ ਇਹਨੇ ਪੁਲਵਾਮਾ ਤੇ ਉਹ ਹਮਲਾ ਕਰਵਾਇਆ ਦਹਿਸ਼ਤੀ, ਵੀ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰ ਦਾਂਗੇ। ਅੱਜ ਹੀ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਵੀ 412 ਕਰੋੜ ਜਿਹੜਾ ਆ ਮਕੋਡਾ ਪੱਤਨ ਤੇ ਡੈਮ ਬਣਾਉਣ ਲਈ ਚਾਹੀਦਾ, ਸਾਨੂੰ ਦਿੱਤਾ ਜਾਵੇ 412 ਕਰੋੜ ਰੁਪਈਆ। ਸੋ ਇਹ ਜਦੋਂ ਲੜਾਈ ਦੀ ਸਿਚੁਏਸ਼ਨ ਆਉਂਦੀ ਹੈ ਤੇ ਫਿਰ ਇਹ ਗੱਲਾਂ ਫੇਸ ਕਰਨੀਆਂ ਪੈਂਦੀਆਂ, ਕਰਨੀਆਂ ਵੀ ਪੈਣਗੀਆਂ। ਜਿਵੇਂ ਹੁਣ ਅੱਜ ਪਾਕਿਸਤਾਨ ਨੇ ਰਿਐਕਸ਼ਨ ਕੀਤਾ ਹੈ। ਸੋ ਇਹ ਸਾਰੀ ਗੱਲ ਤੋਂ ਮੈਨੂੰ ਇਹ ਗੱਲ ਸਮਝ ਆਉਂਦੀ ਹੈ ਵੀ ਹੁਣ ਜਿਵੇਂ ਅੱਜ ਪੰਜਾਬ ਸਰਕਾਰ ਹੈ, ਅੱਜ ਸੈਕਟਰੀਏਟ 'ਚ
ਡਿਵੈਲਪਮੈਂਟ ਦੀਆਂ, ਕਿਸੇ ਤਰ੍ਹਾਂ ਦੇ ਵਿਕਾਸ ਦੀਆਂ ਕੋਈ ਨਹੀਂ ਹੋਈਆਂ। ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਇਸੇ ਤੇ, ਕਿਉਂਕਿ ਫੌਜ ਦਾ ਉੱਥੋਂ ਆ ਰਹੇ ਨੇ, ਉਹ ਅਲਰਟ ਆ ਰਹੇ ਨੇ, ਉਹਦੇ ਮੁਤਾਬਕ ਕੰਮ ਹੋ ਰਿਹਾ। ਚੰਡੀਗੜ੍ਹ, ਇਵਨ ਚੰਡੀਗੜ੍ਹ ਪ੍ਰਸ਼ਾਸਨ 'ਚ ਵੀ ਕਈ ਗੱਲਾਂ ਸਾਰੀਆਂ ਨੇ ਇੱਦਾਂ ਦੀਆਂ ਚੱਲ ਰਹੀਆਂ ਨੇ। ਸੋ ਓਵਰਆਲ ਮੈਂ ਮਹਿਸੂਸ ਕਰਦਾ ਵੀ ਪੰਜਾਬ ਜਿਹੜਾ ਆ ਹਮੇਸ਼ਾ ਲੜਾਈਆਂ ਦਾ ਵਿਕਟਮ ਰਿਹਾ, ਪਰ ਮੈਂ ਸਮਝਦਾ ਵੀ ਪੰਜਾਬ ਦੇ ਜਿਹੜੇ ਬਾਰਡਰ ਦੇ ਲੋਕ ਨੇ, ਜਦੋਂ ਕਿਤੇ ਕੋਈ ਗੱਲ ਆਉਂਦੀ ਹੈ ਜਾਂ ਜਿਹੜੇ ਪੰਜਾਬੀਆਂ ਨੂੰ ਗੱਲ ਆਉਂਦੀ ਹੈ ਤੇ ਉੱਥੇ ਫੌਜ ਦੇ ਨਾਲ ਖੜਦੇ ਨੇ। ਸੋ ਚਿੰਤਾ ਵਾਲੀ ਗੱਲ ਵੀ ਕੋਈ ਨਹੀਂ ਗੀ, ਪੰਜਾਬ ਦੇ ਲੋਕ ਪੂਰੀ ਤਰ੍ਹਾਂ ਡਟ ਕੇ ਲੜਾਈ ਨੂੰ ਫੇਸ ਕਰ ਰਹੇ ਆ। ਪਰ ਇੱਕ ਗੱਲ ਬੜੀ ਦਰੁਸਤ ਹੈ ਵੀ ਜਿਹੜੇ ਸਾਡੇ ਬਾਰਡਰ ਦੇ ਲੋਕ ਜਿਹੜੇ ਉੱਥੇ ਵੱਸਦੇ ਨੇ, ਉਹ ਮੈਨੂੰ ਲੱਗਦਾ 12 ਮਹੀਨੇ ਹੀ ਉਹਨਾਂ ਦਾ 12 ਮਹੀਨੇ ਇੱਕੋ ਹੀ ਧਿਆਨ ਰਹਿੰਦਾ। ਜਦੋਂ ਕਿਤੇ ਆਪਣਾ ਇੱਕ ਕੋਠਾ ਵੀ ਪਾਉਂਦੇ ਨੇ, ਘਰ ਵੀ ਪਾਉਂਦੇ ਨੇ, ਕਮਰਾ ਬਣਾਉਂਦੇ ਨੇ, ਤੇ ਉਹਨਾਂ ਦਾ ਧਿਆਨ ਪਰਲੇ ਪਾਸੇ ਹੁੰਦਾ ਵੀ ਉਧਰੋਂ ਕਿਤੇ ਲੜਾਈ ਨਾ ਸ਼ੁਰੂ ਹੋ ਜੇ। ਸੋ ਇਹਦਾ ਨੁਕਸਾਨ ਤੇ ਹੁੰਦਾ ਹੀ ਹੈ, ਪਰ ਮੈਂ ਸਮਝਦਾ ਹਾਲਾਤ ਹੀ ਇਦਾਂ ਸੀ ਵੀ ਉਹਦੇ ਮੁਤਾਬਕ ਤੇ ਭਾਰਤ ਨੂੰ ਇਹ ਐਕਸ਼ਨ ਲੈਣਾ ਹੀ ਪੈਣਾ। ਦੇਸ਼ ਹਿੱਤ ਸਭ ਤੋਂ ਪਹਿਲਾਂ ਹੈਗਾ, ਇਹ ਤਾਂ ਮੰਨਦੇ ਆ, ਪਰ ਗੱਲ ਘੁੰਮ ਫਿਰਾ ਕੇ ਹੀ ਆ ਜਾਂਦੀ ਹੈ ਕਿ ਜਦੋਂ ਮਾਹੌਲ ਠੀਕ ਹੋ ਜਾਂਦਾ ਫਿਰ ਵੀ ਅਸੀਂ ਉਹਨਾਂ ਨੂੰ ਨਾ ਕੁਝ ਦਈਏ ਤਾਂ ਫਿਰ ਚਿੰਤਾ ਵਾਲੀ ਗੱਲ ਜ਼ਰੂਰ ਬਣ ਜਾਂਦੀ ਹੈ ਕਿ ਜਦੋਂ ਜੰਗ ਵਾਲੇ ਹਾਲਾਤ ਉਦੋਂ ਅਸੀਂ ਤੁਹਾਡਾ ਪੂਰਾ ਸਾਥ ਦਿੰਦੇ ਆ, ਪਰ ਜੋ ਸਾਨੂੰ ਮਿਲਣਾ ਚਾਹੀਦਾ, ਜੋ ਸਾਡਾ ਨੁਕਸਾਨ ਹੈ, ਉਹਦੀ ਭਰਪਾਈ ਕਰਨ ਵੇਲੇ ਤੁਸੀਂ ਮੂੰਹ ਫੇਰ ਲਓ ਤਾਂ ਫਿਰ ਦਿਲ ਦੁੱਖਣ ਵਾਲੀ ਗੱਲ ਜ਼ਰੂਰ ਹੁੰਦੀ ਹੈ। ਇੱਕ ਛੋਟਾ ਜਿਹਾ ਬ੍ਰੇਕ ਲੈ ਲਵਾਂ, ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ब्रेक तो बाद दर्शकों का एक बार फिर तो स्वागत है। साडी विचार चर्चा जारी है और जो अज सारा दिन होया और जिहड़े खदशे ने आने वाले समय दे विच होर भी वध सकदे ने, अजिही टेंशन वध सकदी है, इसे ते गलबात कर रहे हैं असीं। मैं तुहाडे तो विक्रम जी जानना चाहना कि तुसीं जर्नलिस्ट रहे हो, इन्हां सारियां चीज़ां नूं कवर करते रहे हो, जिहड़ी अज ये गल कीती जा रही है क्योंकि भारत सरकार ने भी ये मान लिया कि साडा एक पायलट मिसिंग हैगा और पाकिस्तान गौरमेंट ने दावा किया कि वो साडे कोल हैगा। इस चीज़ का भारत नूं की फर्क पेगा? कोई फर्क पैंदा? नहीं देखो, जंग विच लड़ाई विच कैजुअलिटीज़ बोथ साइड से होणगियां। तुसी देखो कि 2016 साडे पैरा कमांडोज अक्रॉस गए सीगे, 5 जगह स्ट्राइक कीता विदाउट अ सिंगल कैजुअलिटी वी केम बैक। कल साडी एयरफोर्स ने 80 किलोमीटर डीप जाके स्ट्राइक मारे, 12 मिराज एयरक्राफ्ट, वी केम बैक विदाउट अ कैजुअलिटी। सो समवेयर और दी अदर 1-2 कैजुअलिटीज होणगियां। अगर असी साडी 1-2 बंदे कैजुअलिटी हो रहे उन्होंने 10 बंदे गए ने। सो जंग विच सानू ये फिक्र नहीं करना चाहिए कि एक बंदा साडा गया, एक लॉस हो गया, प्रिजनर हो गया, होएगा जंग विच, ज्यादा असी जंग लड़न नूं तैयार ना होइए जी। नहीं, मेरे कहने दा भाव है कि जदों हिंदुस्तान ने कहा सीगा, साडी सरकार ने कहा सी कि असी पाकिस्तान ते कदे अटैक नहीं कीता, पाकिस्तान दी ज़मीन ते अटैक नहीं कीता, असी विवादित एरिया खित्ता उत्थे अटैक कीता और इस गल दा साडे कोल सबूत भी हैगा। पर जदों एक पायलट फड़िया गया पाकिस्तान दी धरती ते, हुण कौमांतरी दबाव बनाउण लई की पाकिस्तान ने दावा नहीं कर सकता कि आ देखो पायलट भारत दा साडे कोल हैगा, साडी पाकिस्तान दी धरती ते आया, इहने सानू नुकसान पहुंचाना सीगा, फड़िया गया, एक सबूत पाकिस्तान दे कोल हो गया कि आ देखो साडी पाकिस्तान दी धरती ते लोग आए सी। नहीं वो तो इंडिया एडमिट करता है कि असी स्ट्राइक कीता अक्रॉस बाबलकोट। कल साडे फॉरेन सेक्रेटरी दी स्टेटमेंट है कि वी हैव गॉन अक्रॉस एंड हिट देम एट बाबलकोट। और वैसे भी पाकिस्तान ऑक्यूपाइड कश्मीर भारत दा हैगा, इट इज अंडर द इंस्ट्रूमेंट ऑफ सेशन साडा हैगा, इट इज साडी अपनी टेरिटरी। अगर असी लड़ते अपनी टेरिटरी तो कोई हर्ज नहीं हैगा। और आई थिंक दूसरा सानू ये ओवरऑल जियोपोलिटिकली समझना चाहिए कि इंडिया दी एफर्ट सी कल कि असी किसी ना किसी तरह इसनू डी-एस्केलेट कर दिए कि एक बारी स्ट्राइक करके असी पाकिस्तान को एक फेस सेवर दे के कि पाकिस्तान रिटेलिएट ना करे। और इंटरनेशनल कम्युनिटी ते भी इंडिया लॉबी कर रही सी कि तुसी पाकिस्तान ते प्रेशर पाओ कि वो रिटेलिएट ना करे। पर लेकिन पाकिस्तान जी जिस तरह मैं कंपल्शन हुणे दसियां सीगियां क्योंकि डीप स्टेट दी पाकिस्तान आर्मी दी जिहड़ी लॉजिक है उन्हां नूं एक एग्जिस्टेंशियल कहंदे ने एग्जिस्टेंशियल डिलेमा हैगा, वो एग्जैजरेट हो जाता है। सो उन्होंने रिटेलिएट करता और क्यों किया? एज आई से टू रेज टेंशंस एंड ड्रॉ इंटरनेशनल कम्युनिटी इनटू द पिक्चर फॉर इंटरवेंशन विच इंडिया डजंट वांट, क्योंकि इंडिया सूट नहीं करता। सो ओवरऑल पिक्चर असी देखी जाए तो इट इज़ अ वेरी डेंजरस सिचुएशन और इहदे विच सानू बड़े तरीके नाल ध्यान नाल जाना पएगा, क्योंकि मोदी जी दी जिहड़ी कैलकुलेशन सी कि मैं एक बारी स्ट्राइक करके इनू पोलिटिकली सैल कर ला IAF दी स्ट्राइक नू, वो आई थिंक कैलकुलेशन कितना किते पूरी नहीं बन रही उन्हां दी गल, क्योंकि पाकिस्तान ने रिटेलिएट करता और हुण इंडिया अगर रिटेलिएट करता है फर्दर और फिर पाकिस्तान करता है, फिर एक गल कित्थे जांदी है। आई डोंट थिंक मोदी जी वुड लाइक
क्योंकि क्लाइंबिंग अप द एस्केलेटरी लैडर बिफोर इलेक्शंस इज नॉट अ वाइज चॉइस फॉर एनीबॉडी। बिल्कुल ठीक, यू नो इट कैन गो आउट ऑफ कंट्रोल। ऑपोजिशन पार्टीज ਨੂੰ ਚਾਂਸ ਮਿਲ ਜਾਂਦਾ ਹੈ ਕਿ ਤੁਹਾਡੇ ਦੀ ਬੜੀ ਕੈਜੁਅਲਟੀਜ਼ ਕਰਾਤੀਆਂ, ਭਾਰਤ ਦੇ ਸੋਲਜਰਸ ਮਰਵਾਤੇ, 에ਅਰਕ੍ਰਾਫਟ ਡਾਊਨ ਕਰਤੇ। ਸੋ ਮੋਦੀ ਜੀ ਦੀ ਕੈਲਕੂਲੇਸ਼ਨ ਆਈ ਥਿੰਕ ਇਹ ਥੋੜਾ ਜਿਹਾ ਇਹਨਾਂ ਨੂੰ ਫਿਰ ਰੀਵਰਕ ਕਰਨਾ ਪਏਗਾ, ਕਿਉਂਕਿ ਪਾਕਿਸਤਾਨ ਨੂੰ ਅਸੀਂ ਕੱਲ ਇੱਕ ਬੜਾ ਕਲੀਅਰ ਇੰਡੀਕੇਸ਼ਨ ਦਿੱਤੀ ਕਿ ਅਸੀਂ ਸਿਰਫ ਟੈਰਰਿਸਟ ਨੂੰ ਅਟੈਕ ਕੀਤਾ, ਅਸੀਂ ਡੈਮੇਜ ਦੀ ਫੋਟੋਗ੍ਰਾਫਸ ਵੀ ਨਹੀਂ ਦਿਖਾਈਆਂ ਬਾਲਾਕੋਟ ਵਿੱਚ। ਸੋ ਪਾਕਿਸਤਾਨ ਨੂੰ ਇੱਕ ਡਿਨਾਇਲ ਦਾ ਫੇਸ ਸੇਵਰ ਮਿਲ ਗਿਆ, ਬਟ ਪਾਕਿਸਤਾਨ ਇੰਨੀ ਕੰਪਲਸ਼ਨਸ ਨੇ ਉਹਨਾਂ ਦੀਆਂ ਕਿ ਉਹਨਾਂ ਨੇ ਰਿਟੈਲੀਏਟ ਕਰ ਦਿੱਤਾ ਉਹਨਾਂ ਦੀ। ਦੈਟਸ ਵਾਈ ਆਈ ਥਿੰਕ ਮੋਦੀ ਜੀ ਇਸ ਜੀਓਪੋਲਿਟੀਕਲ ਕੈਲਕੂਲੇਸ਼ਨ ਹੈਜ਼ ਗੋਨ ਸਲਾਈਟਲੀ। ਹਾਂਜੀ ਕੰਬੋਜ ਸਾਹਿਬ, ਤੁਸੀਂ ਕੁਝ ਐਡ ਆਨ ਕਰਨਾ ਚਾਹਦੇ ਸੀ? ਦੇਖੋ, ਜਹਾਜ਼ ਦੀ ਗੱਲ ਹੈ, ਦੋ ਚਾਰ ਗੱਲਾਂ ਸਾਹਮਣੇ ਆਈਆਂ। ਪਹਿਲੀ ਗੱਲ ਤਾਂ ਇਲੈਕਸ਼ਨ ਟਾਈਮ ਦੀ, ਇਹ ਤਾਂ ਪਾਕਿਸਤਾਨ ਕਹਿ ਰਿਹਾ ਹੈਗਾ। ਇਹ ਅਸੀਂ ਥੋੜਾ ਕਿਹਾ ਸੀਗਾ ਕਿ ਜਿਹੜਾ ਹੈ ਤੁਸੀਂ ਇਸ ਵੇਲੇ ਆ ਕੇ ਸਾਡੇ 40 ਬੰਦਿਆਂ ਨੂੰ ਸ਼ਹੀਦ ਕਰ ਦਿਓ, ਤੇ ਜੇ ਉਹ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਇਦਾਂ ਕੀਤਾ ਹੈ ਤਾਂ ਸਾਨੂੰ ਰਿਟੈਲੀਏਟ ਕਰਨਾ ਹੀ ਪੈਣਾ ਸੀਗਾ। ਇਹ ਸਾਡਾ ਚੂਜ਼ਿੰਗ ਨਹੀਂ ਸੀ ਕਿ ਅਸੀਂ ਕਿਸ ਵੇਲੇ ਉਹ ਕਰਨੇ, ਤਾਂ ਉਹਨਾਂ ਨੇ ਕੀਤਾ ਹੈਗਾ। ਦੈਟ ਇਜ਼ ਵਨ ਥਿੰਗ। ਸੈਕੰਡਲੀ, ਜਿਹੜੀ ਲੜਾਈ ਦੀ ਗੱਲ ਹੈ, ਜਿਹੜੀ ਮੈਂ ਕੱਲ ਵੀ ਕਹੀ ਸੀ ਕਿ ਲੰਬੇ ਟਾਈਮ ਤੇ ਨਹੀਂ ਹੋ ਸਕਦਾ ਜੀ। ਸਵੇਰੇ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਕਿ ਉਹਨਾਂ ਦੇ ਜਹਾਜ਼ਾਂ ਕੋਲ ਪੈਟਰੋਲ ਹੈ ਨਹੀਂਗਾ। IMF ਲੋਨ ਲੈਣ ਵਾਸਤੇ ਉਹ ਜਿਹੜਾ ਹੈ ਜਗ੍ਹਾ ਜਗ੍ਹਾ ਦੇ ਉੱਤੇ ਭਟਕਦੇ ਫਿਰਦੇ ਨੇ। ਫੋਰਨ ਐਕਸਚੇਂਜ ਰਿਜ਼ਰਵ ਉਹਨਾਂ ਕੋਲ ਖਾਲੀ 2 ਮਹੀਨੇ ਦੀ ਰਹਿ ਗਈ ਹੈ। ਲੇਕਿਨ ਉਹਨਾਂ ਦੀ ਜਿੱਦਾਂ ਵਿਕਰਮ ਜੀ ਕਹਿ ਰਹੇ ਨੇ ਕਿ ਉਹਨਾਂ ਨੇ ਜਿਹੜੀ ਦੂਜੀ ਦੁਨੀਆ ਦੇ ਲੋਕ ਨੇ ਉਹਨਾਂ ਵਾਸਤੇ ਜਿਹੜੀਆਂ ਤਾਕਤਾਂ ਨੇ ਵੀ ਆਓ ਜਿਹੜਾ ਹੈ ਸਾਡੀ ਸੁਲਹ ਕਰਾਓ। ਕੱਲ ਤੁਸੀਂ ਉਹ ਗਫੂਰ ਜਿਹੜਾ ਹੈਗਾ ਉਹਦੀ ਬਾਡੀ ਲੈਂਗੁਏਜ ਦੇਖੋ, ਕੁਝ ਹੋਰ ਸੀ, ਅੱਜ ਕੁਝ ਹੋਰ। ਹਾਂ, ਕੱਲ ਉਹ ਕਹਿ ਰਿਹਾ ਸੀ ਵੀ ਅਸੀਂ ਇਦਾਂ ਕਰਾਂਗੇ, ਜੇ ਹੋਇਆ ਉਹ ਹੋਇਆ, ਅਸੀਂ ਚੱਕ ਦਿਆਂਗੇ ਫਲਾਨਾ ਢਿਮਕਾ। ਅੱਜ ਉਹ ਬੜਾ ਮਾਯੂਸ ਜਿਹਾ ਹੋਇਆ ਕਹਿ ਰਿਹਾ ਸੀਗਾ ਵੀ ਲੜਾਈ ਨਹੀਂ ਹੋਣੀ ਚਾਹੀਦੀ, ਦੋਨਾਂ ਖਿੱਤਿਆਂ 'ਚ ਜਿਹੜਾ ਹੈ ਵਧੀਆ ਬੈਠ ਕੇ ਆਪਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਸੋ ਇਹ ਜਿਹੜੀ ਹੈ ਲੜਾਈ ਲੰਬੀ, ਜੇ ਤੁਸੀਂ ਕਹਿੰਦੇ ਹੈਗੇ ਹੋ ਸਾਡੇ ਲਈ ਜੇ ਪ੍ਰੋਬਲਮ ਹੈ ਤਾਂ ਉਹਨਾਂ ਲਈ ਵੀ ਬੜੀ ਪ੍ਰੋਬਲਮ ਹੈ, ਪਰ ਅਸੀਂ ਲੜਨਾ ਨਹੀਂ ਸੀ ਚਾਹੁੰਦੇ, ਸਾਨੂੰ ਤਾਂ ਇਸ ਕਰਕੇ ਮਜਬੂਰ ਕੀਤਾ ਗਿਆ। ਜਿੱਥੋਂ ਤੱਕ ਜਹਾਜ਼ਾਂ ਦੇ ਡਿੱਗਣ ਦੀ ਸਵਾਲ ਹੈ ਸਾਡੇ ਏਰੀਏ 'ਚ, ਉਹਦੇ ਮੈਂ ਜਰਾ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੈਗਾ ਕਿ 에ਅਰ ਡਿਫੈਂਸ ਕਿਸ ਤਰ੍ਹਾਂ ਕੰਮ ਕਰਦਾ ਹੈ। 4 ਸਟੇਜਸ ਤੇ ਕੰਮ ਕਰਦਾ ਹੈ। ਪਹਿਲਾਂ ਸਾਡੇ ਅਵੈਕਸ ਜਿਹੜੇ ਅੰਦਰ ਤੱਕ ਹਵਾਈ ਰਡਾਰ ਲੱਗੇ ਹੁੰਦੇ ਨੇ, ਅੰਦਰ ਤੱਕ ਦੇਖਦੇ ਨੇ, ਤੇ 에ਅਰ ਫੋਰਸ ਰਡਾਰ ਉਹ ਦੂਰ ਤੱਕ ਜਿੰਨੇ ਵੀ ਉਹਨਾਂ ਦੇ ਉੱਥੇ ਤੱਕ ਨਿਗਾਹ ਰੱਖਦੇ ਨੇ। ਔਰ ਸਾਡੀ ਜਿਹੜੀ ਕੈਪ ਹੈ, ਹਵਾ 'ਚ ਉੜਦੇ ਰਹਿੰਦੇ ਨੇ ਜੀ, ਉਹ ਪਹਿਲੀ ਲਾਈਨ ਆਫ ਡਿਫੈਂਸ ਹੈ। ਜਦੋਂ ਵੀ ਉਧਰੋਂ ਜੇ ਜਹਾਜ਼ ਆਏ ਤਾਂ ਤੁਸੀਂ ਉਹਨਾਂ ਨੂੰ ਕਹਿੰਦੇ ਹੈਗੇ ਹੋ ਕਿ ਤੁਸੀਂ ਫਲਾਨੀ ਜਗ੍ਹਾ ਜਾਓ ਤੇ ਹਿੱਟ ਕਰੋ। ਜੇ ਉੱਥੋਂ ਨਿਕਲ ਜਾਂਦੇ ਨੇ ਤਾਂ ਫਿਰ ਸਾਡੇ ਕੋਲ ਜਿਹੜੀਆਂ 에ਅਰ ਫੋਰਸ ਕੋਲ ਸਰਫੇਸ ਟੂ 에ਅਰ ਮਿਸਾਈਲਸ ਨੇ, ਉਹਨਾਂ ਨੂੰ ਜਹਾਜ਼ਾਂ ਨੂੰ ਕਹਿੰਦੇ ਤੁਸੀਂ ਪਾਸੇ ਹੋ, ਫਿਰ ਸਾਡੀਆਂ ਸਰਫੇਸ ਟੂ 에ਅਰ ਮਿਸਾਈਲ ਜਿਹੜੀਆਂ ਨੇ 에ਅਰ ਫੋਰਸ ਕੋਲ ਉਹ ਕੰਮ ਕਰਦੀਆਂ ਨੇ। ਜੇ ਉਸ ਰੇਂਜ ਤੋਂ ਵੀ ਉਹ ਅੱਗੇ ਆ ਜਾਂਦੇ ਨੇ ਜਹਾਜ਼, ਫਿਰ ਸਾਡੀਆਂ ਸੈਮ ਜਿਹੜੀਆਂ ਸਰਫੇਸ ਟੂ 에ਅਰ ਮਿਸਾਈਲ 에ਅਰ ਡਿਫੈਂਸ ਆਰਟਲਰੀ ਕੋਲ ਨੇ ਉਹ ਕੰਮ ਕਰਦੀਆਂ ਨੇ। ਜੇ ਉੱਥੋਂ ਵੀ ਅੱਗੇ ਆ ਜਾਂਦੇ ਨੇ ਤਾਂ ਫਿਰ ਸਾਡੀ ਜਿਹੜੀ ਗਨਸ ਨੇ ਉਹ ਕੰਮ ਕਰਦੀਆਂ ਨੇ। ਸੋ ਇਹ ਜਹਾਜ਼ ਸਾਡੇ ਵੱਲ ਆ ਰਹੇ ਨੇ, ਸਾਡੇ ਰਡਾਰਸ ਨੇ ਦੇਖ ਲਿਆ, ਤਾਂ ਉਹਨਾਂ ਨੂੰ ਇੱਕ ਤਾਂ ਹੈ ਕਿ ਸਾਡੇ ਏਰੀਆ 'ਚ ਆਉਣ ਦਿਓ ਤੇ ਹਿੱਟ ਕਰਨ ਦਿਓ, ਜਾਂ ਉਹਨਾਂ ਨੂੰ ਜਾ ਕੇ ਪਹਿਲਾਂ ਹੀ ਰੋਕੋ। ਸੋ ਇਹ ਸਾਡੀ ਮਜਬੂਰੀ ਸੀ ਕਿ ਵੀ ਡਿਡ ਵਾਂਟ them to come, we were seeing ਕਿ ਉਹ ਜਾਣਾ ਹੋੜੇ ਨੇ, ਤਾਂ ਸਾਰੀ ਜਿਹੜਾ ਹੈ ਅੱਗੇ ਹੋ ਕੇ ਉਹਨਾਂ ਨੂੰ ਰੋਕਿਆ। ਉੱਥੇ ਡੌਗ ਫਾਈਟ ਹੋਈ, ਇੱਕ ਉਹਨਾਂ ਦਾ ਡਿੱਗ ਪਿਆ, ਇੱਕ ਸਾਡਾ ਡਿੱਗ ਪਿਆ। ਤੇ ਜਦੋਂ ਲੜਾਈ ਹੁੰਦੀ ਹੈ ਤਾਂ ਇਹ ਕੈਜੁਅਲਟੀ ਜਿਹੜੀ ਨੇ, ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਸਾਡਾ ਕੋਈ ਮਰੇਗਾ ਹੀ ਨਹੀਂ ਜਾਂ ਸਾਡਾ ਕੋਈ ਜਹਾਜ਼ ਟੁੱਟੇਗਾ ਹੀ ਨਹੀਂ। ਹਾਲਾਂਕਿ ਭਾਰਤ ਸਰਕਾਰ ਨੇ ਮੰਨਿਆ ਕਿ ਸਾਡਾ ਗਿਰਿਆ, ਪਰ ਉਹ ਮੰਨ ਨਹੀਂ ਰਹੇ ਕਿ ਸਾਡਾ ਤਾਂ ਹੈ ਹੀ ਨਹੀਂ ਹੈ, ਸਾਡਾ ਤਾਂ ਹੈ ਹੀ ਨਹੀਂ ਸੀਗਾ। ਹਰਪ੍ਰੀਤ ਜੀ, ਹਾਲਾਂਕਿ it is not clear whether the F-16 has been shot down by the MiG-21. It is not clear at all. I think the evidence which is available, it has been shot down by Pakistani air defense. So I think we should be very clear about. ਦੇਖੋ ਜੋ ਟੀਵੀ ਦੇ ਉੱਤੇ ਆ ਰਿਹਾ ਹੈ, ਜੋ ਚੈਨਲਸ ਦੇ ਉੱਤੇ ਆ ਰਿਹਾ ਹੈ, ਸਾਡੇ ਕੋਲ ਤਾਂ ਉਹੀ ਇਨਫੋਰਮੇਸ਼ਨ ਹੈ ਨਾ। ਐਂਡ ਤੁਸੀਂ ਦੂਸਰੀ ਗੱਲ ਕੀਤੀ ਉਹ ਪੰਜਾਬ ਦੀ, ਜਿੱਥੋਂ ਤੱਕ ਸਾਡੇ ਬਾਰਡਰ ਏਰੀਆਜ਼ ਦਾ ਸਵਾਲ ਹੈ, ਤੁਸੀਂ ਦੇਖੋ 1965 ਦੀ ਲੜਾਈ ਦੇ ਵਿੱਚ ਸਾਡੇ ਜਿਹੜੇ ਪਿੰਡਾਂ ਦੇ ਬੰਦੇ ਕੋਈ ਘਰ ਛੱਡ ਕੇ ਨਹੀਂ ਗਿਆ। ਐਮੂਨੀਸ਼ਨ ਚੱਕ ਕੇ ਸਾਡੀਆਂ ਜਿੱਥੇ ਆਰਟਿਲਰੀ ਦੀਆਂ ਗਨ ਸੀ ਉੱਥੇ ਤੱਕ ਲਿਜਾਇਆ, ਮੋਰਲੇ ਬੰਕਰਸ ਤੱਕ ਐਮੂਨੀਸ਼ਨ ਲੈ ਕੇ ਗਏ। ਸਾਡੀਆਂ ਬੀਬੀਆਂ ਲੰਗਰ ਪਕਾ ਕੇ ਜਿਹੜਾ ਹੈਗਾ ਉਹ ਉੱਥੇ ਜਵਾਨਾਂ ਨੂੰ ਜਾ ਕੇ ਉੱਥੇ ਖਵਾਉਂਦੀਆਂ ਰਹੀਆਂ। ਤੋ 71 ਦੇ ਵਿੱਚ ਵੀ ਇਹੀ ਦੇਖਣ ਨੂੰ ਮਿਲਿਆ। ਪਰ ਜੇ ਤੁਸੀਂ ਉਹਨਾਂ ਨੂੰ ਉੱਥੋਂ ਡਿਸਟਰਬ ਹੋ ਰਹੇ ਨੇ, ਜੇ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ, ਜੇ ਉਹਨਾਂ ਨੂੰ ਆਪਣੇ ਮਵੇਸ਼ੀਆਂ ਨੂੰ ਜਿਹੜਾ ਹੈ ਇੱਧਰ ਉੱਧਰ ਕਰਨਾ ਪੈ ਰਿਹਾ ਹੈ, ਤਾਂ ਭਾਰਤ ਸਰਕਾਰ ਐਤਕੀ ਜਿਹੜਾ ਹੈ $50 ਬਿਲੀਅਨ ਜੈਟਲੀ ਸਾਹਿਬ ਨੇ ਜਿਹੜਾ ਕਿ ਬਣਦਾ ਹੈਗਾ
3,59,000 ਕਰੋੜ ਰੁਪਏ ਬਜਟ 'ਚ ਰੱਖਿਆ ਹੈ। 3,59,000 ਕਰੋੜ ਰੁਪਏ ਇਸ ਵਾਰੀ ਬਜਟ 'ਚ ਰੱਖਿਆ ਹੈ। ਤੇ ਜਿਹੜੇ ਕੁਝ ਬੰਦੇ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਜਾਂ ਜਿਨ੍ਹਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਾਂ ਪੈਣਾ ਹੈ, ਤੁਸੀਂ ਕੁਝ ਕਰੋੜ ਰੁਪਏ ਉਹਨਾਂ ਨੂੰ ਨਹੀਂ ਦੇ ਸਕਦੇ। ਬਿਲਕੁਲ ਠੀਕ। ਔਰ ਤਗੜੇ ਹੋ ਕੇ अब मोढे ना मोढा ला के जे उन्होंने होवे कि कोई गल नहीं मेरी फसल खराब होंदी ना सी कोई गल नहीं ते देश वास्ते करना पैना ते वध चढ़ के करेगा। और जेड़ा सिविलियंस ਜਦੋਂ ਫੌਜ ਦੇ ਪਿੱਛੇ ਖੜਾ ਹੁੰਦਾ ਹੈ 71 ਵਾਰ ਦੇ ਵਿੱਚ ਮੈਂ ਬੰਗਲਾਦੇਸ਼ ਸੀ, ਬੰਗਲਾਦੇਸ਼ੀ ਸਾਡੇ ਨਾਲ ਸੀ, ਜਦੋਂ ਸਿਵਲੀਅਨ ਫੌਜ ਦੇ ਨਾਲ ਖੜਾ ਹੁੰਦਾ ਤੇ ਜਿਹੜਾ ਜਵਾਨਾਂ ਦਾ ਜਿਹੜਾ ਮੋਰਲ ਹੈ ਉਹ ਕਿਤੇ ਨਾ ਕਿਤੇ ਚਲੇ ਜਾਂਦਾ। ਸੋ ਮੈਂ ਇਹ ਬੇਨਤੀ ਕਰਦਾ ਤੁਹਾਡੇ ਥਰੂ ਹਿੰਦੁਸਤਾਨ ਸਰਕਾਰ ਨੂੰ ਕਿ ਜਿੰਨੇ ਵੀ ਸਾਡੇ ਬਾਰਡਰ ਦੇ ਉੱਤੇ ਬੰਦੇ ਨੇ ਉਹਨਾਂ ਦੀ ਆ ਕੇ ਬਾਹ ਫੜਨ ਔਰ ਉਹਨਾਂ ਨੂੰ ਪੂਰੀ ਕੰਪਨਸੇਸ਼ਨ ਦੇਣ, ਕੰਪਨਸੇਸ਼ਨ ਤੋਂ ਵੀ ਵੱਧ ਦੇਣ। ਠੀਕ ਹੈ ਕਰਨਲ ਜਵਾਨ आई थिंक एक बड़ा इंपॉर्टेंट पॉइंट है कि ये जिहड़ी इन्हां ने पुलवामा दे बाद एयर स्ट्राइक की है, this could have been done much earlier and much before elections क्योंकि आफ्टर 2016 उड़ी अटैक ਅਸੀਂ पैरा कमांडो ਦੀ स्ट्राइक ਕੀਤੀ, ਉਹਨਾਂ ਨੇ ਤੁਰੰਤ ਬਾਅਦ ਨਗਰੋਟਾ ਅਟੈਕ ਕਰਤਾ ਸਾਡੇ 16 ਕੋਰ ਹੈਡਕੁਆਟਰ ਦੇ ਫਾਰਮੇਸ਼ਨ ਤੇ। ਉਹਦੇ ਬਾਅਦ ਕਿਉਂ ਨਹੀਂ ਅਸੀਂ ਇਹ ਸਟ੍ਰਾਈਕ ਕੀਤੀ? ਸੁੰਜਵਾਨ ਤੇ ਵਨ ਜੈਕਲਾਈ ਤੇ ਅਟੈਕ ਹੋਇਆ, ਸਾਡੇ ਕਿੰਨੇ ਫੌਜੀ ਮਾਰੇ, ਉਹਦੇ ਬਾਅਦ ਕਿਉਂ ਚੁੱਪ ਹੋ ਕੇ ਬੈਠੇ ਹੋਏ ਸੀ? ਤਦ ਨਹੀਂ ਇਹਨਾਂ ਨੂੰ ਇਹ ਸਟ੍ਰਾਈਕ ਪਤਾ ਲੱਗੀ। ਉਹਦੇ ਬਾਅਦ ਇਹਨਾਂ ਨੇ ਲੈਥਪੋਰਾ ਪੁਲਵਾਮਾ CRPF ਪੁਲਿਸ ਲਾਈਨ ਤੇ ਅਟੈਕ ਕੀਤਾ ਰਾਤ ਨੂੰ, ਉੱਥੇ ਸਾਡੇ ਇੰਨੇ ਮੁੰਡੇ ਮਾਰਤੇ। ਉਸ ਟਾਈਮ ਨਹੀਂ ਇਹਨਾਂ ਨੂੰ ਇਹ ਸਟ੍ਰਾਈਕ ਸੁੱਜੀ, ਉਸ ਟਾਈਮ ਨਹੀਂ ਇਹਨਾਂ ਨੂੰ ਪਤਾ ਸੀ ਕਿ ਬਾਵਲਪੁਰ ਵਿੱਚ ਇੰਨਾ ਵੱਡਾ ਕੈਂਪ ਹੈ, ਟ੍ਰੇਨਿੰਗ ਕੈਂਪ ਪਾਕਿਸਤਾਨ ਦਾ। ਇਹ ਇਲੈਕਸ਼ਨਾਂ ਦੇ ਪਹਿਲੇ ਪਾਕਿਸਤਾਨ ਨੇ ਇੰਨਾ ਵੱਡਾ ਹਮਲਾ ਕੀਤਾ ਤੇ ਇਹਨਾਂ ਨੇ ਇਹ ਸਟ੍ਰਾਈਕ ਕੀਤੀ। ਹੁਣ ਇਹ ਫਸ ਗਏ ਕਿ ਇਲੈਕਸ਼ਨ ਆ ਗਈ, ਹੁਣ ਅਸੀਂ ਕੀ ਕਰੀਏ? ਸੋ ਇਟ ਇਜ਼ ਬੇਸਿਕਲੀ ਅ ਸਟ੍ਰੈਟੇਜਿਕ kind of a flawed strategy. You had ample chances before elections to go up the escalatory ladder. ठीक है। ਇਹਦੇ ਬਾਰੇ ਮੈਂ ਇੱਕ ਮਿੰਟ ਆ ਜਾਣਾ। ਮੈਂ ਕਰਨਲ SS ਰੰਧਾਵਾ ਸਾਹਿਬ ਤੋਂ ਪੁੱਛ ਲੈਂਦਾ। ਰੰਧਾਵਾ ਸਾਹਿਬ, ਇਸ ਗੱਲ ਦੇ ਵਿੱਚ ਕਿੰਨਾ ਕੁ ਦਮ ਲੱਗਦਾ ਜਿਹੜੀ ਗੱਲ ਵਿਕਰਮਜੀਤ ਹੋਰਾਂ ਨੇ ਕਹੀ ਹੈ? ਕਿਉਂਕਿ ਕੱਲ ਮੈਂ ਇਹ ਸਵਾਲ ਕੀਤਾ ਸੀਗਾ, ਕੱਲ ਮੈਂ ਸਵਾਲ ਕੰਬੋਜ ਸਾਹਿਬ ਨੂੰ ਵੀ ਕੀਤਾ ਸੀ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਤਾਂ ਨਹੀਂ ਪਤਾ ਸੀਗਾ ਵੀ ਆ 40 ਬੰਦਿਆਂ ਦੇ ਉੱਤੇ ਹਮਲਾ ਹੋ ਜਾਊਗਾ ਜਾਂ ਹਮਲਾ ਉਹਨਾਂ ਨੇ ਕਰ ਦਿੱਤਾ ਤਾਂ ਸਾਨੂੰ ਕੋਈ ਜਵਾਬ ਦੇਣਾ ਹੀ ਪੈਣਾ ਸੀਗਾ। ਔਰ ਜਵਾਬ ਦੇਣ ਦੇ ਲਈ ਸਾਡੇ ਕੋਲ ਇੱਕ ਚੰਗਾ ਖਾਸਾ ਰੀਜ਼ਨ ਹੈ, ਇੱਕ ਕਾਰਨ ਹੈ ਕਿ ਤੁਸੀਂ ਸਾਡੇ 40-42 ਜਵਾਨ ਸ਼ਹੀਦ ਕਰ ਦਿੱਤੇ, ਇਸ ਕਰਕੇ ਹੁਣ ਸਾਨੂੰ ਇਹ ਕਰਨਾ ਹੀ ਪੈਣਾ। ਇਹ ਤੁਹਾਨੂੰ ਲੱਗਦਾ ਕਿ ਇਹ ਰੀਜ਼ਨ ਠੀਕ ਸੀਗਾ ਇਹਨਾਂ ਦਾ? ਰੰਧਾਵਾ ਸਾਹਿਬ, ਸਭ ਤੋਂ ਵੱਡੀ ਤੇ ਗੱਲ ਇਹ ਹੈਗੀ ਆ ਕਿ देयर आर टू एस्पेक्ट। एक एस्पेक्ट है डिफेंस फोर्सेस ਦਾ, ठीक है, आर्मी नेवी एयर फोर्स। एक है पॉलिटिकल, ਸਾਡੀ ਵਿਊ ਕਿਆ ਪੋਲੀਟੀਕਲ ਦੀ। ਜੇ ਆਪਾਂ ਇਹਨੂੰ ਇਹ ਸੋਚ ਰਹੀਏ ਕਿ ਸਾਡੇ ਤੋਂ ਪਹਿਲਾਂ ਇੰਨਾ ਹੋਇਆ, ਫਲਾਣੇ ਥਾਂ ਕੀਤਾ, ਟੀਂਡੇ ਤੋਂ ਉਦੋਂ ਹੀ ਸੁੱਤੇ ਸਾਂ, ਤੇ ਦੈਨ ਇਟ ਗੋਜ਼ ਟੂ ਨਾ ਅਦਰ ਵੇ ਕਿ ਜਿਹੜੀ ਸਾਡੀ ਮੇਨ ਲੜਾਈ ਆ ਉਹ ਪੋਲੀਟੀਕਲ ਲੜਾਈ ਆ, ਵਿਚ ਇਜ਼ ਨਾਟ ਕਰੈਕਟ। ਕਿਉਂਕਿ ਸਾਡੀ ਲੜਾਈ ਇੱਕ ਜਵਾਨ ਦੀ, ਇੱਕ 에ਅਰ ਫੋਰਸ ਦੇ ਅਫਸਰ ਦੀ, ਇੱਕ ਨੇਵੀ ਦੇ ਅਫਸਰ ਦੀ ਲੜਾਈ ਇਹ ਆ ਕਿ ਦੇਸ਼ ਨੂੰ ਪ੍ਰੋਟੈਕਟ ਕਰਨਾ। ਹੁਣ ਹੋਇਆ ਜਾਂ ਬਾਅਦ 'ਚ ਹੋਇਆ ਜਾਂ ਪਹਿਲਾਂ ਹੋ ਗਿਆ, ਦੈਟਸ ਇਮਟੀਰੀਅਲ। ਅਸੀਂ ਇਹ ਨਹੀਂ ਕਹਿ ਸਕਦੇ ਚਲੋ ਜੀ ਕਿ ਹੁਣ ਇਲੈਕਸ਼ਨ ਹੈ ਤੇ ਉਹ ਹੋ ਜਾਏਗਾ। ਸਾਨੂੰ ਇਹ ਜ਼ਰੂਰ ਹੈ ਵੀ ਚਲੋ ਉਹਨਾਂ ਨੇ ਜੇ ਗਲਤੀ ਉਹਨਾਂ ਨੇ ਇਹ ਕੀਤੀ, ਸਭ ਤੋਂ ਸਾਡੇ 'ਤੇ ਅਟੈਕ ਕੀਤਾ। ਇਨ ਦਾ ਡਿਫੈਂਸ ਵੀ ਹੈਵ ਡਿਸਟਰਾਇਡ ਦੇਅਰ ਜਿਹੜਾ ਉਹਨਾਂ ਦੇ ਸਾਰੇ ਪਾਰਟੀਕੂਲਰ ਦਹਿਸ਼ਤਗਰਦਾਂ ਦੇ ਅੱਡੇ ਸੀ। ਇਹਦੇ ਨਾਲ ਕੋਈ ਲਿੰਕ ਪੋਲੀਟੀਕਲ ਦਾ ਨਹੀਂ ਹੈਗਾ। ਔਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਜੇ ਕਿ ਵੀ ਇਹ ਬੜਾ ਵੱਡਾ ਸੀ ਕਿ ਚਲੋ ਅਸੀਂ ਉਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਵੀ ਅਸੀਂ ਦੇਖੋ ਕਿਸੇ ਸਿਵਲੀਅਨ ਨੂੰ ਕਿਸੇ ਹੋਰ ਤੁਹਾਡੇ 에ਅਰਪੋਰਟ ਤੇ ਕਿਸੇ ਆਰਮੀ ਦੇ ਉੱਤੇ ਇੰਸਟਾਲੇਸ਼ਨ ਤੇ ਕੁਝ ਨਹੀਂ ਕੀਤਾ। ਔਰ ਉਹ ਜਿਹੜੀ ਉਹਦੇ ਤੇ ਕਰਦੇ ਕਿ ਬਈ ਅਸੀਂ ਠੀਕ ਕਰ ਲਿਆ ਤੇ ਫਿਰ ਤਾਂ ਠੀਕ ਸੀ। ਹੁਣ ਜਿਹੜੀ ਇਹ ਆਊਟ ਆਫ ਹੈਂਡ ਜਦੋਂ ਚੀਜ਼ ਹੋ ਜਾਂਦੀ ਹੈ ਲੜਾਈ ਦੇ ਵਿੱਚ, ਚਾਹੇ ਉਹ ਘਰ ਦੀ ਹੋਵੇ, ਚਾਹੇ ਬਾਹਰ ਦੀ ਹੋਵੇ, ਚਾਹੇ ਦੇਸ਼ ਦੀ ਪ੍ਰਦੇਸ਼ ਦੀ ਹੋਵੇ, ਤੇ ਉਹਦੇ ਕੀ ਉਹਦੇ ਰਿਜ਼ਲਟ ਨਿਕਲਣੇ ਆ, ਉਹ ਫਿਰ ਅਗਲੇ ਦੀ ਰਿਟੈਲੀਏਸ਼ਨ ਤੇ ਸਾਡੀ ਜਿਹੜੀ ਫੌਜ ਉਸ ਤੇ ਫਰਕ ਪੈਂਦਾ, ਉਸ ਤੇ ਫਰਕ ਪੈਂਦਾ। ਔਰ ਸਾਨੂੰ ਇਸ ਵੇਲੇ ਇਹ ਚਾਹੀਦਾ ਕਿ ਆਪਾਂ ਸਾਰੇ ਮਿਲ ਕੇ ਇਹਦੇ ਉੱਤੇ, ਜੇ ਉਹਨਾਂ ਦੀ ਸੋਚ ਸਮਝ ਚੰਗੀ ਆ ਪਾਕਿਸਤਾਨ ਦੀ, ਇਮਰਾਨ ਖਾਨ ਜੀ ਜਿਵੇਂ ਕਹਿੰਦੇ ਆ ਜਾਂ ਉਹਨਾਂ ਦੇ ਜਿੰਨੇ ਵੀ ਡਿਫੈਂਸ ਮਿਨਿਸਟਰ ਨੇ ਦੂਸਰੀ, ਵੀ ਆਪਾਂ ਬੈਠ ਕੇ ਗੱਲ ਕਰ ਲਈਏ। ਅਗਰ ਇਹ ਸੱਚੀ ਆ ਤੇ ਸਭ ਤੋਂ ਵੱਡਾ ਸੋਲੂਸ਼ਨ ਇਹ ਆ, ਅਸੀਂ ਹੁਣ ਲੜਾਂਗੇ ਤੇ ਜ਼ਰੂਰ ਕੈਜੁਅਲਟੀ ਇਟਸ ਅ ਨਾਰਮਲ ਥਿੰਗ। ਔਰ ਜਿਹੜਾ ਦੂਸਰੀ ਬਾਰਡਰ ਦੀ ਤੁਸੀਂ ਗੱਲ ਕੀਤੀ ਆ, ਆਈ ਬਿਲੋਂਗ ਟੂ ਤਰਨਤਾਰਨ, ਔਰ ਸਾਡਾ ਨਾਲ ਹੀ ਮੇਰੇ ਰਿਲੇਟਿਵ ਆ, ਉਹਨਾਂ ਦੇ ਵੀ ਨੇੜੇ ਬਿਲਕੁਲ ਜਿੰਨੀ ਆ ਫੈਂਸਿੰਗ ਦੇ ਨਾਲ ਜ਼ਮੀਨ ਲੱਗਦੀ ਹੈ। ਸਾਡੀ ਕੋਈ ਕ੍ਰਿਟਿਸਿਜ਼ਮ ਕਿਸੇ ਗੌਰਮੈਂਟ ਦਾ ਨਹੀਂਗਾ। ਉਦੋਂ ਜਦੋਂ ਉਹਨਾਂ ਨੇ ਕੰਮ ਕਰਦੇ ਆ ਤੇ ਸਾਡੀ ਜਿੱਦਾਂ ਹੌਸਲਾ ਵਧਾਈ ਕਿਹਾ, ਉਹ ਖਾਣੇ ਤੱਕ ਦਿੰਦੇ ਆ, ਐਮੂਨੀਸ਼ਨ ਨਾਲ ਪਿਕਅਪ ਕਰਕੇ ਜਾਂਦੇ, ਇਸ ਤਰ੍ਹਾਂ ਪਹਿਲੇ ਉਹਨਾਂ ਨੇ ਦੱਸਿਆ, ਉਹ ਬਿਲਕੁਲ ਠੀਕ ਆ। ਅਗਰ ਉਹਨਾਂ ਦੀ ਸਾਨੂੰ ਨਾ ਹੈਲਪ ਹੋਵੇ ਤੇ ਪਾਕਿਸਤਾਨ ਦੇ ਨਾਲ ਲੜਨਾ ਹੀ ਮੁਸ਼ਕਿਲ ਹੋ ਜਾਊਗਾ। ਹੁਣ ਜਿਹੜਾ ਉਹਨਾਂ ਨੇ ਕੀਤਾ
ਉਹਦਾ ਜਵਾਬ ਠੀਕ ਚੱਲ ਰਿਹਾ। ਜਦੋਂ ਹੁਣ ਫਰੀਕ ਦਾ ਸਾਡਾ 에ਅਰਕ੍ਰਾਫਟ ਕਰਾਤਾ ਅਸੀਂ ਉਹਨਾਂ ਦਾ ਕਰਾਤਾ, ਇਹ ਤਾਂ ਹੁਣ ਚੱਲਣਾ। ਪਰ ਬਾਕੀ ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਨੂੰ ਬਾਅਦ ਚ ਕੋਈ ਨਹੀਂ ਪੁੱਛਦਾ, ਕਿਸੇ ਨੂੰ ਵੀ ਕਿਸੇ ਵੀ ਲੜਾਈ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ। ਉਹ ਲੋਕ ਫਿਰ ਵੀ ਬੜੇ ਮੰਨਣਾ ਕਹਿੰਦੇ ਕਿ ਨਹੀਂ ਅਸੀਂ ਹਿੰਦੁਸਤਾਨ ਵਾਸਤੇ ਲੜਨਾ। ਇਹ ਹੁਣ ਗੌਰਮੈਂਟ ਦੀ ਜਿਹੜੀਆਂ ਪਾਲਿਸੀਆਂ ਜਾਂ ਕੁਛ ਹੈ ਉਹਨਾਂ ਨੂੰ ਇਹ ਸੋਚਣਾ ਚਾਹੀਦਾ, ਚਾਹੇ ਕੈਪਟਨ ਅਮਰਿੰਦਰ ਸਿੰਘ ਆ, ਉਹ ਵੀ ਫੌਜੀ ਆ, ਵੀ ਜੇ ਉਹ ਆਦਮੀ ਉੱਥੇ ਉਹਨੂੰ ਨੁਕਸਾਨ ਹੁੰਦਾ, ਫਸਲ ਨਹੀਂ ਵੱਢੀ ਜਾਂਦੀ ਜਾਂ ਉਹਨਾਂ ਦੇ ਘਰਾਂ ਦਾ ਕੋਈ ਨੁਕਸਾਨ ਹੁੰਦਾ, ਤੇ ਉਹ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਆ। ਉਹਨਾਂ ਨੂੰ ਇਹ ਨਹੀਂ ਕਿ ਉਹਨਾਂ ਦਿਸ਼ਾ ਕੀਤਾ ਤੇ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ। ਔਰ ਇਸੇ ਤਰ੍ਹਾਂ ਜੇ ਸਾਰੇ ਮਤਲਬ ਆਪਾਂ ਇਹ ਸੋਚ ਕੇ ਚੱਲੀਏ, ਇਹਨੂੰ ਨਾ ਪੋਲੀਟੀਕਲ ਆਪਾਂ ਏਜੰਡਾ ਨਾ ਬਣਾਈਏ। ਹੁਣ ਇਲੈਕਸ਼ਨ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਚ ਮੈਂ ਤਾਂ ਨਹੀਂ ਕਹਿ ਸਕਦਾ, ਕਿਉਂਕਿ ਉਹਨਾਂ ਨੇ ਇਹ ਥੋੜਾ ਕਿਹਾ ਵੀ 40 ਬੰਦੇ ਜਿਹੜੇ ਤੁਹਾਡੇ ਆਣ ਕੇ ਤੇ ਉਦੋਂ ਹੀ ਕਰਨ ਤੇ ਅਸੀਂ ਉਹਨਾਂ ਨੂੰ ਉਦੋਂ ਹੀ ਸਟ੍ਰਾਈਕ ਕਰਾਂਗੇ ਤੇ ਸਾਡੀ ਬੱਲੇ ਬੱਲੇ ਹੋ ਜਾਏਗੀ ਤੇ ਇਲੈਕਸ਼ਨ ਜਿੱਤ ਜਾਵਾਂਗੇ। ਇਹ ਤੇ ਮੈਨੂੰ ਨਹੀਂ ਉਮੀਦ ਕਿ ਇਹ ਐਕਸਪੈਕਟੇਸ਼ਨ। ਚਲੋ ਇਸ ਤੇ ਆਪਾਂ ਬਾਅਦ ਚ ਆਨੇ, ਮੈਂ ਤੇ ਰਿਐਕਸ਼ਨ ਲੈ ਵੀ ਲਾਂਗਾ। ਜਵੰਤ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਅੱਜ ਮੈਂ ਇੱਕ ਅਖਬਾਰ ਦੀ ਹੈਡਲਾਈਨ ਵੀ ਪੜ੍ਹ ਰਿਹਾ ਸੀਗਾ, ਇੱਕ ਪਾਸੇ ਜੰਗ ਹੋ ਰਹੀ ਹੈ, ਜੰਗ ਵਰਗੇ ਹਾਲਾਤ ਬਣੇ ਹੋਏ ਨੇ, ਪਰ ਦੂਜੇ ਪਾਸੇ ਜਿਹੜਾ ਕੋਰੀਡੋਰ ਹੈਗਾ ਉਹਦਾ ਕੰਮ ਵੀ ਬੜਾ ਜੰਗੀ ਪੱਧਰ ਤੇ ਚੱਲ ਰਿਹਾ। ਪਾਕਿਸਤਾਨ ਵਾਲੇ ਪਾਸੇ ਤੋਂ ਜੰਗੀ ਪੱਧਰ ਤੇ ਕੰਮ ਚੱਲ ਰਿਹਾ, ਸੜਕਾਂ ਬਣ ਰਹੀਆਂ, ਇਹ ਦੋਵੇਂ ਚੀਜ਼ਾਂ ਸਾਈਮਲਟੇਨੀਅਸ ਕਿਵੇਂ ਚੱਲ ਸਕਣਗੀਆਂ? ਕਿਉਂਕਿ ਜਿਵੇਂ ਜਿਵੇਂ ਸਮਾਂ ਲੰਘ ਰਿਹਾ, ਦਿਨ ਵੀ ਨੇੜੇ ਆ ਰਹੇ ਨੇ ਔਰ ਲਾਂਘਾ ਖੋਲ੍ਹਣ ਦੀ ਵੀ ਗੱਲ ਹੋ ਰਹੀ ਹੈ ਕਰਤਾਰਪੁਰ ਕੋਰੀਡੋਰ, ਇਹਦਾ ਕਿੰਨਾ ਕੁ ਅਸਰ ਉਸ ਚੀਜ਼ ਤੇ ਪਏਗਾ? ਕਿ ਮਨ ਦੇ ਵਿੱਚ ਡਰ ਸਹਿਮ ਵਰਗਾ ਮਾਹੌਲ ਨਹੀਂ ਬਣ ਜਾਂਦਾ ਜਦੋਂ ਅਜਿਹੇ ਹਾਲਾਤ ਬਣੇ ਹੋਣ? ਤੁਸੀਂ ਲਾਂਘਾ ਖੋਲ੍ਹ ਵੀ ਦਿਓ ਤਾਂ ਵੀ ਇੱਕ ਵਾਰ ਦਰਸ਼ਨ ਕਰਨ ਨੂੰ ਜਾਣ ਲਈ ਜਿਹੜੀ ਸੰਗਤ ਹੈ ਉਹਦੇ ਮਨ ਦੇ ਵਿੱਚ ਇੱਕ ਸਹਿਮ ਜਾਂ ਡਰ ਵਰਗਾ ਮਾਹੌਲ ਜ਼ਰੂਰ ਹੋਏਗਾ। ਨਹੀਂ, ਇਹ ਤੇ ਬਹੁਤ ਚੰਗਾ ਹੈ। ਇੱਦਾਂ ਵੀ ਹੋ ਸਕਦਾ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਉੱਤੇ ਜਿਹੜਾ ਕੰਮ ਹੋ ਰਿਹਾ ਹੈ ਉਹੀ ਇੱਕ ਮੀਡੀਅਮ ਆਫ ਡੀ-ਐਸਕੇਲੇਟਿੰਗ ਟੈਂਸ਼ਨ ਬਣ ਜਾਏ, ਤੇ ਉਹਦੇ ਚ ਉਦੋਂ ਚੰਗਾ ਮੀਡੀਅਮ ਕੋਈ ਹੋ ਨਹੀਂ ਸਕਦਾ, ਬਿਕੋਜ਼ ਉਹਦੀ ਇੱਕ ਇੰਟਰਨੈਸ਼ਨਲ ਅਪੀਲ ਹੈਗੀ ਹੈ, ਉਹਦੀ ਇੱਕ ਯੂਨੀਵਰਸਲ ਐਕਸੈਪਟੈਂਸ ਹੈਗੀ ਹੈ, ਤੇ ਉਹ ਜਿਹੜੇ ਵੀ ਕੰਟਰੀ ਨੇ ਨਹੀਂ ਕੀਤਾ ਉਸ ਕੰਟਰੀ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਜਾਏਗਾ ਆਪਣੇ ਆਪ ਨੂੰ ਰਾਈਟੀਅਸ ਪ੍ਰੂਵ ਕਰਨ ਦੇ ਵਾਸਤੇ। ਨਹੀਂ, ਪਰ ਇੱਕ ਟੂਲ ਵਜੋਂ ਵੀ ਪਾਕਿਸਤਾਨ ਨੂੰ ਵਰਤ ਰਿਹਾ। ਕੱਲ ਸਟੇਟਮੈਂਟ ਇਹ ਆਈਆਂ ਸੀਗੀਆਂ ਕਿ ਕੋਰੀਡੋਰ ਬਣਨ ਨਹੀਂ ਦੇਣਾ ਚਾਹੁੰਦੀ ਮੋਦੀ ਸਰਕਾਰ, ਇਸੇ ਕਰਕੇ ਇਦਾਂ ਦੇ ਹਮਲੇ ਕਰ ਰਹੀ ਹੈ ਕਿ ਟੈਨਸ਼ਨ ਵਰਗਾ ਮਾਹੌਲ ਹੋ ਜੇ ਤੇ ਉਹ ਮਾਮਲਾ ਠੰਡੇ ਬਸਤੇ। ਦੇਖੋ, ਇਹ ਜਿਹੜੇ ਪੋਲੀਟੀਕਲ ਸਟੇਟਮੈਂਟ ਦੇਣੀ ਤੇ ਜਿਹੜਾ ਐਕਸ਼ਨ ਲੈਣਾ, ਇਹ ਹਮੇਸ਼ਾ ਇਹਨਾਂ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈ। ਹਰ ਚੀਜ਼ ਦੇ ਵਿੱਚੋਂ ਕੁਛ ਨਾ ਕੁਛ ਪੋਲੀਟੀਕਲ ਗੇਨ ਕਰਨਾ ਜਾਂ ਕੋਈ ਪੋਲੀਟੀਕਲ ਆਪਣੇ ਆਪ ਨੂੰ ਖੜਾ ਕਰਨਾ ਹਰ ਪੋਲੀਟੀਸ਼ੀਅਨ ਇਹ ਕਰਦਾ, ਹਰ ਪੋਲੀਟੀਕਲ ਲੀਡਰ ਕਰਦਾ। ਸੋ ਅਲਟੀਮੇਟਲੀ ਇਹ ਦੇਖਣਾ ਹੈ ਕਿ ਉਹ ਕੋਰੀਡੋਰ ਖੋਲਦੇ ਨੇ ਕਿ ਨਹੀਂ ਖੋਲਦੇ, ਕਿ ਉਹ ਵਿੰਗ ਪਾਉਂਦੇ ਨੇ ਉਹਦੇ 'ਚ ਅਸੀਂ ਉਹਨੂੰ ਸਟਾਪ ਕਰਦੇ ਹਾਂ, ਕਿਉਂਕਿ ਜੋ ਵੀ ਇਸ ਕੰਮ ਨੂੰ ਸਟਾਪ ਕਰੇਗਾ ਉਹਦਾ ਇੰਟਰਨੈਸ਼ਨਲ ਸਟੇਚਰ ਜੋ ਹੈ ਉਹ ਡਾਊਨ ਹੋ ਜਾਏਗਾ। ਡਿਪਲੋਮੇਸੀ ਕਈ ਲੈਵਲਸ ਦੇ ਉੱਤੇ ਚੱਲਦੀ ਹੈ। ਇਹ ਉਹਦਾ ਇੱਕ ਲੈਵਲ ਹੈਗਾ ਕਿ ਕਰਤਾਰਪੁਰ ਕੋਰੀਡੋਰ ਨੂੰ ਤੁਸੀਂ ਅਲੱਗ ਰੱਖੋ, ਤੇ ਜਿਹੜੀ ਐਸਕੇਲੇਸ਼ਨ ਹੈ ਜਦੋਂ ਤੱਕ ਇਹ ਆਊਟਰਾਈਟ ਵਾਰ ਦੇ ਵਿੱਚ ਨਹੀਂ ਤਬਦੀਲ ਹੋ ਜਾਂਦੀ ਉਦੋਂ ਤੱਕ ਉਹਨੂੰ ਚੱਲਣ ਦਿਓ। ਉਹ ਇੱਕ ਡਿਫਰੈਂਟ ਲੈਵਲ ਦਾ, ਉਹ ਇੱਕ ਡਿਫਰੈਂਟ ਆਈਡੀਓਲੋਜੀ ਹੈ। ਉਹ ਕਸ਼ਮੀਰ ਦੀ ਆਈਡੀਓਲੋਜੀ ਹੈ, ਇਹ ਰੈਸਟ ਆਫ ਇੰਡੀਆ ਵਰਸਸ ਪਾਕਿਸਤਾਨ ਦੀ ਆਈਡੀਓਲੋਜੀ ਹੈ। ਕਸ਼ਮੀਰ ਦੀ ਆਈਡੀਓਲੋਜੀ ਦੇ ਵਿੱਚ ਅੱਗੇ ਨਾਲੋਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਉਹਦੇ ਚ ਇਨਵੋਲਡ ਹੈ। ਸੋ ਆਈ ਫੀਲ ਕਿ ਇਹਨਾਂ ਦੋਵਾਂ ਨੂੰ ਅਲੱਗ ਕਰਕੇ ਤੇ ਅਗਰ ਇਹ ਚੱਲ ਰਿਹਾ ਹੈ ਤੇ ਇਹ ਚੰਗੀ ਗੱਲ ਹੈ। ਦਿਸ ਮੇ ਹੈਲਪ ਅਲਟੀਮੇਟਲੀ। ਠੀਕ ਹੈ, ਦੋਵਾਂ ਨੂੰ ਕੋਈ ਫੇਟ ਕੰਪਨੀ ਦੇ ਢੂੰਡਣਾ ਹੈ ਨਾ, ਤਾਂ ਦਿਸ ਮਾਈਟ ਬੀ ਦ ਡੀ-ਐਸਕੇਲੇਸ਼ਨ ਫੈਕਟਰ ਕਿ ਚਲੋ ਜੀ ਤੁਸੀਂ ਵੀ ਚੰਗਾ ਕਰ ਰਹੇ ਹੋ, ਅਸੀਂ ਵੀ ਚੰਗਾ ਕਰ ਰਹੇ ਹੋ, ਛੱਡੋ ਪਰੇ। ਠੀਕ ਹੈ। ਤਰਲੋਚਨ ਸਿੰਘ ਜੀ, ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀਗੀ, ਜਿਵੇਂ ਵਿਕਰਮਜੀਤ ਹੋਰਾਂ ਨੇ ਵੀ ਇੱਕ ਇਤਰਾਜ਼ ਜ਼ਰੂਰ ਜਤਾਇਆ ਹੈਗਾ ਕਿ ਇਸ ਨੂੰ ਸਿਆਸਤ ਨਾਲ ਜੋੜ ਕੇ ਕਿਵੇਂ ਨਾ ਦੇਖਿਆ ਜਾਵੇ। ਜੇਕਰ ਤੁਹਾਨੂੰ ਸਾਰੀਆਂ ਚੀਜ਼ਾਂ ਪਹਿਲਾਂ ਪਤਾ ਸੀਗੀਆਂ ਤੇ ਪਹਿਲਾਂ ਤੁਸੀਂ ਇਹ ਕੁਝ ਕਰ ਦਿੰਦੇ ਤਾਂ ਸ਼ਾਇਦ ਅਜਿਹੀ ਨੌਬਤ ਆਂਦੀ ਨਾ। ਜਦੋਂ ਇੱਕ ਟਾਈਮਿੰਗ ਜਿਹੜੀ ਹੈਗੀ ਹੈ ਇਹ ਸਾਰੀਆਂ ਚੀਜ਼ਾਂ ਕਰਨ ਦੀ, ਉਹਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਹੋ ਰਹੀ। ਦੇਖੋ, ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਥੋੜਾ ਜਿਹਾ ਨਾਲ ਸਹਿਮਤ ਆ। ਪਹਿਲੀ ਗੱਲ ਤੇ ਕੰਬੋਜ ਸਾਹਿਬ ਨੇ ਬਹੁਤ ਸਪਸ਼ਟ ਕਰ ਦਿੱਤਾ ਵੀ ਇਹ ਟਾਈਮਿੰਗ ਵਾਲੀ ਗੱਲ ਨਹੀਂ ਗੀ। ਇਹ ਤੇ ਅਟੈਕ ਹੋਇਆ ਸਾਡੇ CRPF ਦੇ ਜਵਾਨਾਂ ਦੇ, ਤੇ ਉਹਦਾ ਸਾਰੇ ਦੋਸਤਾਂ ਨੇ ਕਿਹਾ ਵੀ ਕਰਨਾ ਪੈਣਾ ਸੀ। ਮੈਂ ਕਿਹਾ ਕਰਨਾ ਨਹੀਂ ਪੈਣਾ, ਕਰਨਾ ਚਾਹੀਦਾ ਸੀ, ਉਹ ਕੀਤਾ। ਪਰ ਮੈਂ ਅਗਲੀ ਗੱਲ ਕਹਿਣੀ ਚਾਹੁੰਦਾ ਵੀ ਅਟੈਕ ਕਰਨ ਤੋਂ ਬਾਅਦ ਅਸੀਂ ਕਹਿ ਦਿੱਤਾ ਵੀ ਦਹਿਸ਼ਤਗਰਦਾਂ ਦੇ ਅੱਡਿਆਂ ਦੇ ਅਟੈਕ ਕੀਤੇ, 300-350 ਬੰਦੇ ਮਾਰਤੇ। ਉਸ ਤੋਂ ਬਾਅਦ ਜੋ ਕੁਛ ਚੱਲ ਰਿਹਾ, ਉਹ ਕੋਈ ਵੀ ਸਿਆਸੀ ਲੀਡਰ ਹੋ ਸਕਦਾ, ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋ ਸਕਦਾ, ਹੋਰ ਹੋ ਸਕਦਾ। ਮੈਨੂੰ ਲੱਗਦਾ ਵੀ ਇਸ ਗੱਲ ਨੂੰ ਜਿਵੇਂ ਦਾਲ ਸਾਹਿਬ ਨੇ ਕਿਹਾ ਉੱਥੋਂ ਤੱਕ ਛੱਡ ਦੇਣਾ ਚਾਹੀਦਾ ਵੀ ਸਾਡੇ ਜਵਾਨਾਂ ਦੀ ਜਿੱਤ ਹੈ। ਇਹਨੂੰ ਕਿਸੇ ਪਰਸਨਲ ਬੰਦੇ ਦੇ ਨਾਂ ਨਾਲ ਜੋੜ ਕੇ, ਕਿਸੇ ਸਰਕਾਰ ਦੇ ਨਾਂ ਨਾਲ ਜੋੜ ਕੇ, ਕਿਸੇ ਸਿਆਸਤ ਦੇ ਨਾਂ ਨਾਲ ਜੋੜ ਕੇ ਝੰਡਾ ਚੱਕ ਕੇ ਅਸੀਂ 24 ਘੰਟੇ ਰੌਲਾ ਪਾ ਦਈਏ, ਮੈਨੂੰ ਲੱਗਦਾ ਉਹ ਚੰਗਾ ਨਹੀਂ। ਔਰ ਸ਼ਾਇਦ
ਇਹਨਾਂ ਨੂੰ ਲੱਗਦਾ ਵੀ ਸਿਆਸੀ ਲੀਡਰਾਂ ਵੀ ਇਹ ਗੱਲ ਕਰਕੇ ਲੋਕ ਕਹਿਣਗੇ ਫਿਰ ਵੋਟਾਂ ਪਾ ਲਓ। ਇਹ ਗੱਲ ਨਹੀਂ, ਲੋਕ ਸਮਝਦੇ, ਲੋਕ ਬੁਰਾ ਵੀ ਮਨਾਉਂਦੇ ਨੇ ਵੀ ਹੁਣ ਜਿਹੜਾ। ਪਰ ਤਰਲੋਚਨ ਸਿੰਘ ਜੀ, ਕੱਲ ਡਿਬੇਟ ਦੇ ਵਿੱਚ ਕੰਬੋਜ ਸਾਹਿਬ ਨੇ ਕਿਹਾ ਕਿ ਵਿਲ ਪਾਵਰ ਵੀ ਤਾਂ ਕੋਈ ਚੀਜ਼ ਹੁੰਦੀ ਹੈ, ਕਿਸੇ ਪੋਲੀਟੀਕਲ ਪਾਵਰ ਦੀ ਵਿਲ ਪਾਵਰ ਕਿੰਨੀ ਹੈਗੀ ਹੈ, ਅਟੈਕ ਕਰਨ ਦੀ ਵਿਲ ਪਾਵਰ ਕਿੰਨੀ ਹੈਗੀ ਹੈ, ਇਹਨਾਂ ਸਾਰੀਆਂ ਚੀਜ਼ਾਂ ਦੀ ਉਹ ਵੀ ਡਿਪੈਂਡ ਕਰਦੀ ਕਿ ਨਹੀਂ ਕਰਦੀ? ਨਹੀਂ, ਬਿਲਕੁਲ ਕਰਦੀ। ਮੈਂ ਉਹਦੇ ਨਾਲ ਮੈਂ ਫਿਰ ਕਿਹਾ ਵੀ ਉਸ ਗੱਲ ਨਾਲ ਮੈਂ ਸਹਿਮਤ ਹਾਂ। ਅਟੈਕ ਉਹਦਾ ਰਿਐਕਸ਼ਨ ਬਹੁਤ ਜ਼ਬਰਦਸਤ ਚਾਹੀਦਾ ਔਰ ਬਹੁਤ ਸੁਲਝੇ ਵਧੀਆ ਢੰਗ ਨਾਲ ਅਟੈਕ ਦਿੱਤਾ। ਇੰਟਰਨੈਸ਼ਨਲ ਲੈਵਲ ਤੇ ਇਹ ਵੀ ਗੱਲ ਕਹੀ ਵੀ ਅਸੀਂ ਪਾਕਿਸਤਾਨ ਤੇ ਅਟੈਕ ਨਹੀਂ ਕੀਤਾ, ਅਸੀਂ ਦਹਿਸ਼ਤਗਰਦਾਂ ਤੇ ਅਟੈਕ ਕੀਤਾ। ਬਹੁਤ ਵਧੀਆ ਕੰਮ ਕੀਤਾ, ਬੜੀ ਚੰਗੀ ਗੱਲ ਗਈ। ਜਦੋਂ ਅੱਗੇ ਗੱਲ ਇੰਟਰਨੈਸ਼ਨਲ ਲੈਵਲ ਤੇ ਇਸ ਗੱਲ ਦੀ ਜਾਣੀ ਹੈ ਤੇ ਇੰਡੀਆ ਨੂੰ ਉਹਦਾ ਬਹੁਤ ਫਾਇਦਾ ਹੋਣਾ, ਲਾਭ ਮਿਲਣਾ। ਪਰ ਮੈਂ ਅਗਲੀ ਗੱਲ ਕਰਦਾ ਵੀ ਉਹਨੂੰ ਫਿਰ ਝੰਡਾ ਚੱਕ ਕੇ ਤੇ ਉਹਨੂੰ ਸਿਆਸਤ ਦਾ ਝੰਡਾ ਚੱਕ ਕੇ ਨਹੀਂ ਤੁਰਨਾ ਚਾਹੀਦਾ। ਪਰ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ, ਬਾਰਡਰ ਏਰੀਆ ਦੀ ਗੱਲ ਕਰ ਰਹੇ ਹਾਂ, ਇਹ ਬਿਲਕੁਲ ਹੁਣ ਮੌਕਾ ਗੱਲ ਕਰਦਾ। ਉਹ ਲੋਕ ਜਿਹੜੇ ਨੇ ਬਾਰਡਰ ਏਰੀਏ ਦੇ, ਉਹ ਹਰਪ੍ਰੀਤ ਜੀ ਪਿਛਲੇ 30-40 ਸਾਲਾਂ ਤੋਂ ਉਹਨਾਂ ਦੇ ਵਿਚਾਰਿਆਂ ਦੀ ਛੋਟੀ ਜੀ ਮੰਗ ਹੁੰਦੀ ਹੈ ਵੀ ਸਾਡੇ ਸਕੂਲ 'ਚ ਅਧਿਆਪਕ ਪੂਰੇ ਕਰ ਦਿਓ, ਸਾਡੇ ਸਕੂਲ ਪਿੰਡ 'ਚ ਡਿਸਪੈਂਸਰੀ ਨਹੀਂ, ਡਿਸਪੈਂਸਰੀ ਬਣਾ ਦਿਓ। ਸਾਡੇ ਪਿੰਡ 'ਚ ਡਿਸਪੈਂਸਰੀ ਹੈਗੀ ਪਰ ਡਾਕਟਰ ਤੇ ਕੋਈ ਨਰਸ ਨਹੀਂ ਉੱਥੇ ਆਉਂਦੇ। ਔਰ ਪਿਛਲੇ ਸਮੇਂ ਸਰਕਾਰ ਨੂੰ ਬਾਰਡਰ ਏਰੀਏ ਦਾ ਵੱਖਰਾ ਟੀਚਰਾਂ ਦਾ ਇੱਕ ਕੇਡਰ ਬਣਾਉਣਾ ਪਿਆ ਸੀ ਤਾਂ ਜੋ ਉੱਥੇ ਰਹਿਣ। ਸੋ ਇਹ ਬੜਾ ਵਧੀਆ ਮੌਕਾ ਆ। ਇਹ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਵੀ ਮੁੱਦਾ ਇਹ ਨਹੀਂ ਵੀ ਕਿਤੇ ਘਸੁੰਨਵਾਂ ਕਿ ਵੈਸੇ ਧਿਆਨ 'ਚ ਲਿਆਉਣਾ ਚਾਹੀਦਾ ਭਾਰਤ ਸਰਕਾਰ ਦੇ ਵੀ ਹਰ ਲੜਾਈ 'ਚ ਸਾਡੇ ਬਾਰਡਰ ਦੇ ਜਿਹੜੇ ਪੰਜਾਬੀ ਨੇ ਕਿਵੇਂ ਸਾਡੀਆਂ ਭੈਣਾਂ ਧੀਆਂ ਮਤਲਬ ਉਹਨਾਂ ਲਈ ਲੰਗਰ ਬਣਾਉਂਦੀਆਂ ਨੇ, ਉਹਨਾਂ ਲਈ ਸਾਰਾ ਕੰਮ ਕਰਦੀਆਂ ਨੇ। ਤੇ ਇਹ ਜਿਹੜੇ ਇਸ਼ੂ ਨੇ ਉਹਨਾਂ ਦੇ, ਜਦੋਂ ਉਹ ਲੜਾਈ 'ਚ ਉਹਨਾਂ ਨੂੰ ਇਹ ਨੁਕਸਾਨ ਹੁੰਦਾ, ਵਿੱਤੀ ਤੌਰ ਤੇ ਹੁੰਦਾ, ਮਾਨਸਿਕ ਤੌਰ ਤੇ ਹੁੰਦਾ, ਇਹ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ, ਜਿਹੜੇ ਨੁਕਸਾਨ ਹੈ ਉਹਦਾ ਮੁਆਵਜ਼ਾ ਉਹਨਾਂ ਨੂੰ ਜ਼ਰੂਰ ਦੇਣਾ ਭਰਪਾਈ ਥੋੜੀ ਜ਼ਰੂਰ ਕਰਨੀ। ਕੰਬੋਜ ਸਾਹਿਬ, ਇੱਕ ਆਖਰੀ ਸਟੇਟਮੈਂਟ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ, ਫਿਰ ਖਤਮ ਕਰਾਂਗੇ। ਦੇਖੋ, ਜਿਹੜੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਹੈ ਉਹ ਸਾਡੀ ਸ਼ਰਧਾ ਦੀ, ਸਾਡੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਕਿ ਅਸੀਂ ਉੱਥੇ ਦਰਸ਼ਨ ਕਰਨ ਲਈ ਜਾਈਏ। ਲੇਕਿਨ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਤੁਸੀਂ ਉੱਥੋਂ ਸੀਮੈਂਟ ਆ ਰਿਹਾ, ਸੀਮੈਂਟ ਇੱਧਰ ਆ ਵੀ ਗਿਆ, ਲੋਕੀ ਕਹਿੰਦੇ ਅਸੀਂ ਪਾਕਿਸਤਾਨ ਦਾ ਸੀਮੈਂਟ ਤੱਕ ਯੂਜ਼ ਨਹੀਂ ਕਰਨਾ ਹੈਗਾ। ਜਦੋਂ ਹਾਲਾਤ ਇੱਥੇ ਪਹੁੰਚ ਜਾਂਦੇ ਨੇ ਕਿ ਤੁਹਾਨੂੰ ਇੱਕ ਦੂਜੇ ਦੇ ਖਿਲਾਫ ਗੁੱਸਾ ਹੈ ਜਾਂ ਨਫ਼ਰਤ ਹੈ, ਉਦੋਂ ਪਿਆਰ ਦੀਆਂ ਗੱਲਾਂ ਨਹੀਂ ਹੋ ਸਕਦੀਆਂ। ਮੈਂ ਕਹਿੰਦਾ ਹੈਗਾ ਕਿ ਲੜਾਈ ਜਿਹੜੀ ਹੈ ਉਹ ਜਿਹੜੀ ਹੈ ਨਹੀਂ ਹੋਣੀ ਚਾਹੀਦੀ, ਬਿਲਕੁਲ ਨਹੀਂ ਹੋਣੀ ਚਾਹੀਦੀ, ਪੰਜਾਬ ਦੇ ਹਿੱਤ ਵਿੱਚ ਨਹੀਂ ਹੈ। ਲੇਕਿਨ ਜੇ ਸਾਨੂੰ ਮਜਬੂਰ ਕਰ ਦਿੱਤਾ ਜਾਂਦਾ, ਜੇ ਬੰਦੇ ਦੇ ਤੁਸੀਂ ਗਲਾ ਹੀ ਘੁੱਟਦੇ ਹੋ, ਉੱਥੇ ਸੰਗੀ ਦੇ ਉੱਤੇ ਰੱਖਦੇ ਹੋ, ਤਾਂ ਫਿਰ ਜਿਹੜਾ ਹੈ ਸਾਨੂੰ ਕੁਛ ਨਾ ਕੁਛ ਤਾਂ ਕਰਨਾ ਪੈਣਾ ਹੈ। ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਵਿਲ ਪਾਵਰ ਦੀ ਤੁਸੀਂ ਗੱਲ ਕੀਤੀ ਜੀ, ਤਾਸ਼ਕੰਦ ਸਮਝੌਤਾ ਹੋਇਆ 1966 'ਚ, ਅਸੀਂ ਕੀ ਖੱਟਿਆ? ਜੋ ਸੀ ਖੱਟਣ ਵਾਲੀ ਚੀਜ਼ ਵਾਪਸ ਕਰ ਦਿੱਤੀ। 1971 'ਚ ਕੀ ਹੋਇਆ? 1971 'ਚ 90,000 ਬੰਦੇ, ਜਿਹੜਾ ਕਿ ਦੁਨੀਆ ਦਾ ਰਿਕਾਰਡ ਹੈ, ਸਰੈਂਡਰ ਕੀਤੇ। ਉਦੋਂ ਅਸੀਂ ਕਸ਼ਮੀਰ ਦਾ ਸਮਝੌਤਾ ਨਹੀਂ ਸੀ ਕਰ ਸਕਦੇ। 90,000 ਬੰਦਾ ਫੌਜੀ ਔਰ ਪਿੱਛੇ 90,000 ਪਰਿਵਾਰ ਉਹਨਾਂ ਦੇ ਰੌਲਾ ਪਾਉਣ ਵਾਸਤੇ। ਉਦੋਂ ਜੇ ਅਸੀਂ ਕਹਿੰਦੇ ਕਿ ਕਸ਼ਮੀਰ ਦੇ ਹੱਲ ਕਰੋ, ਨਹੀਂ ਕੀਤਾ। ਅਸੀਂ ਜਿਹੜਾ ਹੈ ਜਦੋਂ ਬੰਬਈ ਵਾਲਾ ਹੋਇਆ ਕੰਮ, ਉਦੋਂ ਨਹੀਂ ਕੀਤਾ। ਅਸੀਂ ਬਹੁਤ ਮੌਕੇ ਗਵਾਏ ਨੇ। ਮੈਂ ਇਹ ਕਹਿਣਾ ਹੈਗਾ ਕਿ ਅਸੀਂ ਹੁਣ ਲੋਕਾਂ ਦੀ, ਜਿੱਦਾਂ ਬਿਕਰਮ ਜੀ ਨੇ ਕਿਹਾ ਕਿ ਫਲਾਨੀ ਜਗ੍ਹਾ ਤੇ ਹੋਇਆ, ਉਦੋਂ ਕਿਉਂ ਨਹੀਂ ਕੀਤਾ, ਉਦੋਂ ਕਿਉਂ ਨਹੀਂ ਕੀਤਾ, ਲੇਕਿਨ ਆਪਾਂ ਵੀ ਇੱਥੇ ਹਾਂ, ਤੁਸੀਂ ਵੀ ਇੱਥੇ ਹੋ, ਸਾਰੇ ਇੱਥੇ ਆ। ਜਦੋਂ ਐਡਾ ਪਬਲਿਕ ਪ੍ਰੈਸ਼ਰ ਇਸ ਵਾਰੀ ਪਿਆ ਹੈ, ਇਹ ਪਿੱਛੇ ਨਹੀਂ ਪਿਆ ਥੋੜੇ ਸਮੇਂ ਵਿੱਚ, ਤਾਂ ਦਿਸ ਵਾਜ਼ ਦੀ ਟਾਈਮ ਵੈਨ ਜੇ ਗਵਰਨਮੈਂਟ ਰਿਐਕਟ ਨਾ ਕਰਦੀ, ਜੇ ਗਵਰਨਮੈਂਟ ਰਿਐਕਟ ਨਾ ਕਰਦੀ, ਜੇ ਮੋਦੀ ਹੁਕਮ ਨਾ ਦਿੰਦਾ, ਤਾਂ ਤੁਸੀਂ ਦੇਖੋ ਕਿ ਲੋਕਾਂ ਨੇ ਮੋਦੀ ਦੇ ਜੋ ਅੱਜ ਜੇ ਗੁਣ ਗਾਏ ਜਾ ਰਹੇ ਨੇ, ਤਾਂ ਮੈਂ ਟੀਵੀ ਤੇ ਕਹਿਣਾ ਨਹੀਂ ਚਾਹੁੰਦਾ ਕਿ ਮੋਦੀ ਦਾ ਕੀ ਸਾਹਿਬ ਦਾ ਕੀ ਹਾਲ ਹੁੰਦਾ। ਸੋ government was forced and I said that Prime Minister Modi took the right decision और जो उन्होंने हौसला दिखाया कि लाइन ऑफ कंट्रोल क्रॉस कर दिओ, ਤਾਂ ਉਹਦਾ ਕ੍ਰੈਡਿਟ ਤਾਂ ਉਹਨੂੰ ਮਿਲਣਾ ਹੀ ਮਿਲਣਾ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਸੋ ਉਮੀਦ ਅਸੀਂ ਇਹੀ ਕਰਦੇ ਹਾਂ, ਜਿਵੇਂ ਲਾਸਟ ਡਿਬੇਟ ਦੇ ਵਿੱਚ ਕਿਹਾ ਸੀਗਾ ਕਿ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਹੈਗੀ ਹੈ ਜੰਗ, ਕਿਉਂਕਿ ਸਭ ਤੋਂ ਵੱਡਾ ਨੁਕਸਾਨ ਜਿਹੜਾ ਪੰਜਾਬ ਵਾਸੀਆਂ ਦਾ ਹੀ ਹੋਣਾ। ਬਾਰਡਰ ਏਰੀਆ ਹੋਣ ਕਰਕੇ ਸਾਡੇ ਬਾਰਡਰ ਏਰੀਆ ਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਲਈ ਕਾਫੀ ਦਿੱਕਤਾਂ ਦਾ ਮਾਹੌਲ ਬਣ ਜਾਂਦਾ ਹੈ। ਔਰ ਅੱਜ ਹੀ ਇੱਕ ਛੋਟੀ ਜਿਹੀ ਝਲਕ ਅਸੀਂ ਦੇਖ ਚੁੱਕੇ ਹਾਂ, ਜਦੋਂ ਅੰਮ੍ਰਿਤਸਰ ਦਾ ਏਅਰਪੋਰਟ ਬੰਦ ਹੋ ਗਿਆ, ਚੰਡੀਗੜ੍ਹ ਤੋਂ ਫਲਾਈਟਾਂ ਕੈਂਸਲ ਹੋ ਗਈਆਂ, 2-4 ਹੋਰ ਜਿਹੜੇ ਏਅਰਪੋਰਟਸ ਨੇ ਉਹ ਬੰਦ ਹੋ ਗਏ ਨੇ। ਇੱਕ ਵਾਰ ਹਾਹਾਕਾਰ ਜ਼ਰੂਰ ਮਚ ਗਈ ਸੀ, ਹਾਲਾਂਕਿ ਬਾਅਦ ਦੇ ਵਿੱਚ ਏਅਰਪੋਰਟ ਖੋਲ੍ਹ ਦਿੱਤੇ ਗਏ। ਸੋ ਉਮੀਦ ਕਰਦੇ ਹਾਂ ਕਿ ਅਮਨ ਸ਼ਾਂਤੀ ਵਰਗੀ ਪ੍ਰਕਿਰਿਆ ਜਿਹੜੀ ਹੈ ਉਹ ਸਭ ਤੋਂ ਬਿਹਤਰ ਇੱਕ ਜ਼ਰੀਆ, ਉਹ ਉਸ ਤੇ ਅਮਲ ਕਰਨਾ ਦੋਵੇਂ ਮੁਲਕਾਂ ਨੂੰ ਚਾਹੀਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।